किताब ते सिख भी निगलिया गया। लेखक कुलबीर सिंह कौड़ा। भाग 8वां। आवाज़ भाई गुरजंट सिंह रूपूवाली। वाहिगुरू जी का खालसा वाहिगुरू जी की फतेह। साध किवें पैसा उजाड़ते ਹਨ ते संगतां नाल दुर्व्यवहार करते हैं। संत का निंदक महा हत्यारा, संत का निंदक परमेश्वर मारा। ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੁਆਰਾ ਲਿਖਿਆ ਸੁਖਮਨੀ ਸਾਹਿਬ ਦੇ ਇਸ ਸ਼ਬਦ ਦਾ ਅੱਜ ਹਰ ਗਲੀ ਮੁਹੱਲੇ ਵਿੱਚ ਬੀਬੀਆਂ ਤੇ ਸੰਗਤਾਂ ਦੁਆਰਾ ਪਾਠ ਕਰਕੇ ਆਨੰਦ ਮਾਣਿਆ ਜਾਂਦਾ ਹੈ। ਜਦੋਂ ਸਤਿਗੁਰਾਂ ਨੇ ਇਹ ਬਾਣੀ ਉਚਾਰਨ ਕੀਤੀ ਸੀ ਉਦੋਂ ਕਿੰਨੇ ਕੁ ਸੰਤ ਹੋਣਗੇ? ਬਹੁਤ ਹੀ ਘੱਟ ਸੰਤ ਹੋਣਗੇ, ਤੇ ਹੋਣਗੇ ਵੀ ਬਹੁਤ ਹੀ ਜੀਵਨ ਵਾਲੇ। ਉਹ ਜ਼ਰੂਰ ਹੀ ਨਿਰਭਉ, ਨਿਰਵੈਰ ਤੇ ਮਨੁੱਖਤਾ ਦਾ ਭਲਾ ਸੋਚਣ ਵਾਲੇ ਹੋਣਗੇ। ਉਹਨਾਂ ਦੇ ਉੱਚੇ ਸੁੱਚੇ ਜੀਵਨ ਨੂੰ ਧਿਆਨ ਵਿੱਚ ਰੱਖ ਕੇ ਹੀ ਸਤਿਗੁਰਾਂ ਨੇ ਸੰਤਾਂ ਸਾਧਾਂ ਦੀ ਸਿਫਤ ਵਿੱਚ ਬਾਣੀ ਉਚਾਰੀ ਹੋਵੇਗੀ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਨਿਰਲੇਪ ਸੰਤ ਮਹਾਤਮਾ ਸਿੱਖ ਸੰਗਤਾਂ ਲਈ ਚਾਨਣ ਮੁਨਾਰੇ ਦਾ ਕੰਮ ਦਿੰਦੇ ਹੋਣਗੇ। ਉਹਨਾਂ ਦੇ ਉੱਚੇ ਸੁੱਚੇ ਜੀਵਨ ਤੋਂ ਆਮ ਲੋਕਾਂ ਨੂੰ ਤੇ ਸਿੱਖ ਸੰਗਤ ਨੂੰ ਸੋਝੀ ਮਿਲਦੀ ਹੋਵੇਗੀ। ਸੰਤ ਮਹਾਤਮਾ ਗੁਰਬਾਣੀ ਅਨੁਸਾਰ ਜੀਵਨ ਜਿਉਂਦੇ ਹੋਣਗੇ ਤਾਂ ਹੀ ਉਹਨਾਂ ਨੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹੋਣਗੀਆਂ। ਕਿ ਅੱਜ ਦਾ ਸੰਤ ਵੀ ਉਹ ਸੰਤ ਹੀ ਹੈ ਜਿਸ ਦੀ ਮਹਿਮਾ ਸੁਖਮਨੀ ਸਾਹਿਬ ਵਿੱਚ ਕੀਤੀ ਗਈ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵੇਲੇ ਪੂਰੇ ਪੰਜਾਬ ਵਿੱਚ 5, 10, 15 ਜਾਂ 20 ਸੰਤ ਹੋਣਗੇ, ਪਰ ਅੱਜ ਇਹ ਗਿਣਤੀ ਹਜ਼ਾਰਾਂ ਵਿੱਚ ਹੈ। ਹਰ ਦੂਜੇ, ਤੀਜੇ, 5ਵੇਂ ਕਿਲੋਮੀਟਰ ਤੇ ਕਿਸੇ ਨਾ ਕਿਸੇ ਸਾਧ ਦਾ ਡੇਰਾ ਹੈ। ਮੁੱਠੀ ਭਰ ਪੰਜਾਬ ਜਿਹੜਾ ਵਾਘੇ ਤੋਂ ਸ਼ੁਰੂ ਹੁੰਦਾ ਤੇ ਰਾਜਪੁਰੇ ਜਾ ਕੇ ਖਤਮ ਹੋ ਜਾਂਦਾ ਹੈ, ਦੇ ਕੁੱਲ 14,300 ਪਿੰਡਾਂ ਵਿੱਚੇ ਹੀ ਬੇਚਰਾਗ ਪਿੰਡਾਂ ਦੀ ਗਿਣਤੀ ਪਾ ਕੇ, ਬੇਚਰਾਗ ਪਿੰਡਾਂ ਤੋਂ ਭਾਵ ਹੈ ਪਟਵਾਰੀ ਦੇ ਕਾਗਜ਼ਾਂ ਵਿੱਚ ਜਿਨ੍ਹਾਂ ਪਿੰਡਾਂ ਦੇ ਨਾਂ ਤੇ ਜ਼ਮੀਨ ਤਾਂ ਹੋਵੇ ਪਰ ਉੱਥੇ ਦੀਵਾ ਨਾ ਜਗਦਾ ਹੋਵੇ, ਅਰਥਾਤ ਉਸ ਪਿੰਡ ਦੀ ਕੋਈ ਆਬਾਦੀ ਨਾ ਹੋਵੇ। ਪੰਜਾਬ ਵਿੱਚ ਐਸੇ ਪਿੰਡ ਬਹੁਤ ਹਨ, ਵਿੱਚ ਕਈ ਹਜ਼ਾਰ ਸਾਧ ਹਨ। ਪੰਜਾਬੀ ਦੇ ਅਖਾਣ ਇੱਟ ਪੁੱਟੋ ਤਾਂ ਥੱਲਿਓਂ ਸਾਧ ਨਿਕਲਦਾ ਹੈ ਬੜਾ ਵਿਸ਼ਾਲ ਰੂਪ ਧਾਰਨ ਕਰ ਚੁੱਕਾ ਹੈ। ਅੱਜ ਇੱਕ ਇੱਟ ਪੁੱਟੋ ਤਾਂ ਥੱਲਿਓਂ 10 ਸਾਧ ਨਿਕਲਦੇ ਹਨ, ਸਗੋਂ ਹੋਰ 10 ਉਸੇ ਹੀ ਇੱਟ ਦੇ ਉੱਤੇ ਵੀ ਬੈਠੇ ਦਿਸਦੇ ਹਨ। ਪਾਕਿਸਤਾਨ ਬਣਨ ਤੋਂ ਬਾਅਦ ਤੇ ਖਾਸ ਤੌਰ ਤੇ ਪਿਛਲੇ 20 ਕੁ ਸਾਲਾਂ ਵਿੱਚ ਸਿੱਖ ਸਾਧਾਂ ਸੰਤਾਂ ਦੀ ਗਿਣਤੀ ਬਹੁਤ ਹੀ ਤੇਜ਼ੀ ਨਾਲ ਵਧੀ ਹੈ। ਇੰਨੀ ਤੇਜ਼ੀ ਨਾਲ ਇਸ ਵਾਧੇ ਦੇ ਕੀ ਕਾਰਨ ਹੋ ਸਕਦੇ ਹਨ, ਇਸ ਤੇ ਵੀ ਵਿਚਾਰ ਕਰਨੀ ਬਣਦੀ ਹੈ। ਪਰ ਇਹ ਵਿਚਾਰ ਵਾਦ ਵਿਵਾਦ ਨੂੰ ਜਨਮ ਦਿੰਦਾ ਹੈ, ਇਸ ਲਈ ਇਸ ਪਾਸੇ ਪੈਣ ਦੀ ਜ਼ਰੂਰਤ ਹੀ ਨਹੀਂ ਸਮਝੀ ਜਾਂਦੀ। ਇਹ ਤਾਂ ਹਰ ਕੋਈ ਮੰਨਦਾ ਹੈ ਕਿ ਸਾਧਾਂ ਦੇ ਹਜ਼ਾਰਾਂ ਡੇਰੇ ਬਣ ਚੁੱਕੇ ਹਨ ਤੇ ਬਹੁਤ ਹੀ ਤੇਜ਼ੀ ਨਾਲ ਹੋਰ ਬਣ ਰਹੇ ਹਨ। ਕਾਰ ਸੇਵਾ ਵਾਲੇ ਸਾਧਾਂ ਕੋਲ ਅੱਜ ਜਿੰਨੀਆਂ ਕਈਆਂ, ਬਾਟੇ, ਮਿਕਸਚਰ ਮਸ਼ੀਨਾਂ, ਟਰੱਕ ਤੇ ਹੋਰ ਮਸ਼ੀਨਰੀ ਹੈ, ਉਨੀਆਂ ਪੰਜਾਬ ਸਰਕਾਰ ਦੇ ਮਹਿਕਮੇ PWD ਪਬਲਿਕ ਵਰਕਸ ਡਿਪਾਰਟਮੈਂਟ ਕੋਲ ਵੀ ਨਹੀਂ ਹਨ। ਜਦੋਂ ਵੀ ਕਿਤੇ ਸ਼੍ਰੋਮਣੀ ਕਮੇਟੀ ਨੇ ਕੋਈ ਨਵੀਂ ਇਮਾਰਤ ਬਣਾਉਣੀ ਹੋਵੇ, ਠੇਕੇਦਾਰਾਂ ਦੇ ਟੈਂਡਰ ਖੁੱਲ੍ਹਣ ਵਾਂਗ ਇਨ੍ਹਾਂ ਕਾਰ ਸੇਵਾ ਵਾਲਿਆਂ ਵਿੱਚ ਇੰਨਾ ਮੁਕਾਬਲਾ ਹੋ ਜਾਂਦਾ ਹੈ ਜਿਸ ਦੀ ਕੋਈ ਹੱਦ ਨਹੀਂ। ਕਹਿੰਦੇ ਹਨ ਕਿ ਕੋਈ ਵੀ ਕਾਰ ਸੇਵਾ ਲੈਣ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਅੱਛੀ ਖਾਸੀ ਰਕਮ ਦੇਣੀ ਪੈਂਦੀ ਹੈ। ਜਿਹੜਾ ਵੀ ਵੱਧ ਰਕਮ ਦੇਵੇ ਉਸੇ ਨੂੰ ਹੀ ਸੇਵਾ ਮਿਲਦੀ ਹੈ। ਹੁਣ ਇੱਥੇ ਇਹ ਸਵਾਲ ਉੱਠਦਾ ਹੈ ਕਿ ਜੇ ਸੱਚਮੁੱਚ ਹੀ ਕਾਰ ਸੇਵਾ ਕਰਕੇ ਪੁੰਨ ਖੱਟਣਾ ਹੀ ਮਕਸਦ ਹੈ ਤੇ ਆਪਣਾ ਅੱਗਾ ਸਫਲ ਕਰਨ ਦੀ ਹੀ ਗੱਲ ਹੈ, ਤਾਂ ਫਿਰ ਮੁੱਲ ਸੇਵਾ ਲੈਣ ਦੀ ਕੀ ਲੋੜ ਹੈ? ਫਿਰ ਸ਼੍ਰੋਮਣੀ ਕਮੇਟੀ ਨੂੰ ਦੇਣ ਲਈ ਪੈਸੇ ਆਏ ਕਿੱਥੋਂ? ਕਿਉਂਕਿ ਸੰਤ ਕਿਸੇ ਖੰਡ ਮਿਲ ਜਾਂ ਕੱਪੜੇ ਦੀ ਮਿਲ ਦਾ ਮਾਲਕ ਤਾਂ ਹੁੰਦਾ ਨਹੀਂ। ਉਸ ਸੰਤ ਦਾ ਵੀ ਜਵਾਬ ਇਹੀ ਹੋਵੇਗਾ ਕਿ ਪੈਸਾ ਸੰਗਤਾਂ ਦਾ ਹੈ, ਮੈਂ ਤਾਂ ਗਰੀਬ ਆਦਮੀ ਹਾਂ ਤੇ ਗੁਰੂ ਘਰ ਦਾ ਅਦਨਾ ਜਿਹਾ ਸੇਵਕ ਹਾਂ। ਜਾਂ ਉਹ ਆਖੇਗਾ ਕੂਕਰ ਹਾਂ। ਉਸ ਨੂੰ ਇਹ ਵੀ ਸਵਾਲ ਕੀਤਾ ਜਾ ਸਕਦਾ ਹੈ ਕਿ ਜੇ ਪੈਸਾ ਸੰਗਤਾਂ ਦਾ ਹੈ ਤਾਂ ਤੂੰ ਇਸ ਨੂੰ ਖਰਚਣ ਦਾ ਮਾਮਾ ਲੱਗਦਾ ਹੈ। ਤੈਨੂੰ ਇਹ ਹੱਕ ਕਿਹਨੇ ਦਿੱਤਾ ਕਿ ਤੂੰ ਲੋਕਾਂ ਦੇ ਚੜਾਏ ਹੋਏ ਪੈਸੇ ਨਾਲ ਕਾਰ ਸੇਵਾ ਖਰੀਦੇ ਤੇ ਫਿਰ ਉਸ ਕਾਰ ਸੇਵਾ ਵਿੱਚੋਂ ਲੱਖਾਂ ਰੁਪਏ ਹੋਰ ਕਮਾਵੇਂ? ਅਵਲ ਤਾਂ 2 ਡੇਰੇ, ਨਹੀਂ ਤਾਂ ਇੱਕ ਨਿੱਜੀ ਡੇਰਾ ਤਾਂ ਤੂੰ ਆਪਣਾ ਕਾਰ ਸੇਵਾ ਚਲਦੀ ਵਿੱਚ ਬਣਾਉਣਾ ਹੀ ਹੈ। ਫਿਰ ਕਾਰ ਸੇਵਾ ਦਾ ਕੰਮ ਤਾਂ ਸਾਲ, 1.5 ਸਾਲ ਜਾਂ ਹੱਦ 2 ਸਾਲ ਵਿੱਚ ਹੀ ਮੁੱਕਣ ਵਾਲਾ ਹੁੰਦਾ ਹੈ, ਪਰ ਇਹ ਦੁੱਧ ਵਿੱਚ ਪਾਣੀ ਪਾ ਕੇ ਕੱਚੀ ਲੱਸੀ ਵਾਂਗ ਇਸ ਨੂੰ ਵਧਾਈ ਜਾਂਦੇ ਹਨ
ਤੇ 6-6 ਸਾਲ ਕੰਮ ਨੂੰ ਮੁੱਕਣ ਨਹੀਂ ਦਿੰਦੇ। ਜਦੋਂ ਡੇਰਾ ਹੋਰ ਬਣ ਜਾਵੇ, ਵੱਡੀ ਕਾਰ ਆ ਜਾਵੇ ਤੇ ਹੋਰ ਸਾਜੋ ਸਮਾਨ ਬਣ ਜਾਵੇ, ਫਿਰ ਵੀ ਸ਼੍ਰੋਮਣੀ ਕਮੇਟੀ ਨੂੰ ਬੜੇ ਜ਼ੋਰ ਨਾਲ ਹੀ ਕਾਰ ਸੇਵਾ ਵਾਲਾ ਥਾਂ ਖਾਲੀ ਕਰਵਾਉਣਾ ਪੈਂਦਾ ਹੈ। ਇਸੇ ਹੀ ਗੱਲ ਤੋਂ ਹੁਣ ਤੱਕ ਕਈਆਂ ਸਾਧਾਂ ਨਾਲ ਸ਼੍ਰੋਮਣੀ ਕਮੇਟੀ ਦਾ ਜੂਤ ਖੜਕ ਚੁੱਕਾ ਹੈ। ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਇੱਕ ਕਾਰ ਸੇਵਾ ਵਾਲੇ ਸਾਧ ਦੀ ਇੱਕ ਗੁਰਦੁਆਰੇ ਦੀ ਸੇਵਾ ਮੁੱਕਣ ਤੇ ਆਈ ਤਾਂ ਉਸ ਨੂੰ ਬੜਾ ਫਿਕਰ ਲੱਗਾ ਕਿ ਉਸ ਦੇ ਖਰੀਦੇ ਹੋਏ ਬਾਟੇ ਕਈਆਂ ਮਿਕਸਚਰ ਮਸ਼ੀਨਾਂ ਤੇ ਹੋਰ ਸਮਾਨ ਦਾ ਹੁਣ ਕੀ ਹੋਵੇਗਾ। ਵਿੱਚੋਂ ਕਈਆਂ ਨੇ ਸੁਝਾਅ ਦਿੱਤਾ ਕਿ ਹੁਣ ਸਾਰੇ ਪੰਜਾਬ ਵਿੱਚ ਫੇਰ ਨਿਕਲੀਏ ਤੇ ਕਾਰ ਸੇਵਾ ਹੋਰ ਲੱਭੀਏ। ਬਸ ਇਸੇ ਤਰ੍ਹਾਂ ਹੀ ਠੇਕੇਦਾਰਾਂ ਵਾਂਗ ਇਹ ਇੱਕ ਧੰਦਾ ਬਣ ਜਾਂਦਾ ਹੈ, ਫਿਰ ਅੱਗੇ ਤੋਂ ਅੱਗੇ ਚੱਲਦਾ ਰਹਿੰਦਾ ਹੈ। ਇਹਨਾਂ ਦੁਆਰਾ ਬਣਾਈਆਂ ਗਈਆਂ ਇਮਾਰਤਾਂ ਤੇ ਵਰਤੇ ਜਾਂਦੇ ਹੋਰ ਇਮਾਰਤੀ ਸਮਾਨ ਦਾ ਵੀ ਵਿਚਾਰ ਕਰਨਾ ਚਾਹੀਦਾ ਹੈ। ਇੰਜੀਨੀਅਰਾਂ ਨੇ ਜਿਹੜੇ ਕੰਮ ਲਈ ਸੀਮਟ ਕਿੰਨਾ, ਬਜਰੀ ਕਿੰਨੀ, ਰੇਤ ਕਿੰਨੀ, ਇਹ ਸਭ ਕਈ ਸਾਲ ਪੜ੍ਹਾਈ ਕਰਕੇ ਕਈ ਕਿਤਾਬਾਂ ਪੜ੍ਹ ਕੇ ਗਿਆਨ ਹਾਸਲ ਕੀਤਾ ਹੁੰਦਾ ਹੈ। ਪਰ ਕਰੋੜਾਂ ਰੁਪਇਆਂ ਦੇ ਪ੍ਰੋਜੈਕਟ ਬਣਾਉਣ ਵਾਲੇ ਸਾਧ ਅੰਗੂਠਾ ਛਾਪ ਹੁੰਦੇ ਹਨ। ਇਹਨਾਂ ਨੇ ਕਦੇ ਆਪਣੇ ਘਰ ਦਾ ਪੱਕਾ ਚੁੱਲ੍ਹਾ ਨਹੀਂ ਬਣਾਇਆ ਹੁੰਦਾ। ਉਹ ਤੇ ਮੰਜ਼ਲੀਆ ਇਮਾਰਤਾਂ ਬਣਾਉਂਦੇ ਹਨ। ਭਵਨ ਉਸਾਰੀ ਦੇ ਅਸੂਲ ਅਨੁਸਾਰ ਸੀਮਟ, ਰੇਤ ਤੇ ਬਜਰੀ ਦਾ ਅਨੁਪਾਤ 1, 2, 3 ਤੋਂ ਵੱਧ ਨਹੀਂ ਹੋ ਸਕਦਾ। ਅਰਥਾਤ ਵੱਧ ਤੋਂ ਵੱਧ 1 ਹਿੱਸਾ ਸੀਮਟ, 2 ਹਿੱਸੇ ਰੇਤ ਤੇ 3 ਹਿੱਸੇ ਬਜਰੀ ਤੋਂ ਵੱਧ ਹੁੰਦਾ ਹੀ ਨਹੀਂ। ਇਹ ਅਨੁਪਾਤ ਮੱਕਿਓਂ ਪਰੇ ਉਜਾੜ ਵਾਲੀ ਗੱਲ ਹੈ। ਪਰ ਜਿਹੜਾ ਵੀ ਪ੍ਰੋਜੈਕਟ ਕਾਰ ਸੇਵਾ ਵਾਲੇ ਸਾਧ ਸ਼ੁਰੂ ਕਰਦੇ ਹਨ, ਆਪਣੀ ਹੀ ਮਰਜ਼ੀ ਨਾਲ ਕਰਵਾਉਂਦੇ ਹਨ। ਕਈਆਂ ਥਾਵਾਂ ਤੇ ਸੀਮਟ, ਬਜਰੀ ਤੇ ਰੇਤ ਬਰਾਬਰ ਤੇ ਕਈ ਥਾਈਂ ਬੇਹਿਸਾਬ ਹੀ ਪਾਈ ਜਾਂਦੇ ਹਨ। ਮਸ਼ੀਨ ਚੱਲ ਰਹੀ ਹੁੰਦੀ ਹੈ। ਪਿੰਡਾਂ ਦੇ ਸੇਵਾ ਭਾਵ ਨਾਲ ਕੰਮ ਕਰਨ ਆਏ ਲੋਕ ਕਾਬੂ ਤੋਂ ਬਾਹਰ ਹੁੰਦੇ ਹਨ। ਜੇ ਬਜਰੀ ਸੁੱਟੀ ਗਏ ਤੇ ਕਈ ਬਾਟੇ ਬਜਰੀ ਹੀ ਸੁੱਟ ਦਿੱਤੀ, ਜੇ ਰੇਤ ਸੁੱਟਣ ਲੱਗੇ ਤੇ ਰੇਤ ਹੀ ਸੁੱਟੀ ਗਈ। ਤੇ ਇਸੇ ਤਰ੍ਹਾਂ ਹੀ ਜੇ ਸੀਮਟ ਨੂੰ ਟੱਕ ਚਾੜ ਲਿਆ ਤੇ ਸੀਮਟ ਹੀ ਸੁੱਟੀ ਜਾਂਦੇ ਹਨ। ਮਾਲੇ ਮੁਫਤ, ਦਿਲੇ ਬੇਰਹਿਮ ਵਾਂਗ ਕਿਹੜਾ ਕਿਸੇ ਦੇ ਜੇਬ ਵਿੱਚੋਂ ਪੈਸਾ ਜਾਣਾ ਹੈ। ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਗੁਰਦੁਆਰਾ ਅਕਾਲਗੜ੍ਹ ਵਿੱਚ ਅਕਾਲੀ ਦਲ ਦੀ ਮੀਟਿੰਗ ਸੀ। ਮੀਟਿੰਗ ਅਜੇ ਸ਼ੁਰੂ ਨਹੀਂ ਸੀ ਹੋਈ ਕਿ ਠੇਕੇਦਾਰ ਸੁਰਜਣ ਸਿੰਘ ਹੋਰਾਂ ਦੇ ਦਫ਼ਤਰ ਬੈਠਿਆਂ ਇੱਕ ਕਾਰ ਸੇਵਾ ਵਾਲੇ ਸੰਤ ਦੀ ਉਸਤਤ ਸ਼ੁਰੂ ਹੋ ਗਈ। ਗੱਲ ਸੁਣਾਉਣ ਵਾਲੇ ਸੱਜਣ ਨੇ ਸੰਤਾਂ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਆਖਿਆ ਕਿ ਇੱਕ ਦਿਨ ਬਾਬਾ ਜੀ ਆਪਣੇ ਧਿਆਨ ਭਜਨ ਬੰਦਗੀ ਵਿੱਚ ਮਗਨ ਸਨ ਕਿ ਸੇਵਾਦਾਰ ਨੇ ਆ ਕੇ ਬੇਨਤੀ ਕੀਤੀ ਕਿ ਬਾਬਾ ਜੀ, ਸੇਵਾ ਕਰਨ ਵਾਲੀ ਸੰਗਤ ਕਈ ਟਰੱਕ ਆ ਗਏ ਹਨ ਤੇ ਲੈਂਟਰ ਪਾਉਣ ਦੀ ਵੀ ਪੂਰੀ ਤਿਆਰੀ ਵਗੈਰਾ ਹੋ ਚੁੱਕੀ ਹੈ, ਪਰ ਰੇਤ ਦੇ ਟਰੱਕ ਅਜੇ ਨਹੀਂ ਪਹੁੰਚੇ ਤੇ ਸ਼ਾਇਦ ਅੱਜ ਰੇਤ ਆਵੇ ਵੀ ਨਾ, ਕਿਉਂਕਿ ਮੀਂਹ ਪੈਣ ਕਰਕੇ ਦਰਿਆ ਵਿੱਚ ਪਾਣੀ ਚੜ੍ਹਿਆ ਹੋਇਆ ਹੈ ਤੇ ਰੇਤ ਦਾ ਭਰਿਆ ਟਰੱਕ ਬਾਹਰ ਨਹੀਂ ਨਿਕਲਦਾ। ਸੇਵਾਦਾਰ ਦੀ ਗੱਲ ਸੁਣ ਕੇ ਬਾਬਾ ਜੀ ਨੇ ਨੇਤਰ ਖੋਲ੍ਹੇ ਤੇ ਪੁੱਛਿਆ, ਬਜਰੀ ਤੇ ਸੀਮਟ ਕਿੰਨਾ ਕੁ ਹੈ? ਸੇਵਾਦਾਰ ਨੇ ਬੇਨਤੀ ਕੀਤੀ ਕਿ ਬਜਰੀ ਤਾਂ ਬੇਅਥਾਹ ਪਈ ਹੈ ਤੇ ਸੀਮਟ ਨਾਲ ਵੀ ਸਟੋਰ ਭਰਿਆ ਪਿਆ ਹੈ। ਬਾਬਾ ਜੀ ਨੇ ਹੁਕਮ ਕੀਤਾ, ਠੀਕ ਹੈ, ਫਿਰ ਸੀਮਟ ਤੇ ਬਜਰੀ ਦਾ ਹੀ ਲੈਂਟਰ ਪਾ ਦਿਓ, ਸਤਿਗੁਰੂ ਭਲੀ ਕਰਨਗੇ। ਲਓ ਜੀ, ਉਸੇ ਵੇਲੇ ਮਸ਼ੀਨਾਂ ਦੀ ਰਿੜ ਸ਼ੁਰੂ ਹੋ ਗਈ। ਇਸ ਤੋਂ ਪਹਿਲਾਂ ਕਿ ਉਹ ਅਗਲੀ ਗੱਲ ਕਰਦਾ, ਮੈਂ ਉਹ ਸੱਜਣ ਨੂੰ ਵਿੱਚੋਂ ਹੀ ਟੋਕ ਦਿੱਤਾ, ਕਿਉਂਕਿ ਗੱਲ ਸੁਣ ਰਹੇ ਸੱਜਣਾ ਵਿੱਚ ਡਾਕਟਰ, ਇੰਜੀਨੀਅਰ ਤੇ ਕੁਝ ਹਿੰਦੂ ਪੜ੍ਹੇ ਲਿਖੇ ਵੀ ਸਨ। ਉਹ ਕਿਤੇ ਇਸ ਜਬਲੀ ਤੇ ਬਿਥਵੀ ਗੱਲ ਸੁਣ ਕੇ ਸਿੱਖਾਂ ਦੇ ਮੂਰਖ ਕਾਰ ਸੇਵਾ ਵਾਲੇ ਸਾਧਾਂ ਦਾ ਮਜ਼ਾਕ ਨਾ ਉਡਾਉਣ। ਇਸ ਲਈ ਮੈਂ ਕਿਹਾ, ਚਲੋ ਉਹ ਤੇ ਮਹਾਂਪੁਰਖਾਂ ਦੇ ਚੋਜ ਹੁੰਦੇ ਹਨ, ਕਦੇ ਉਹ ਕਿਸੇ ਮੌਜ ਵਿੱਚ ਹੁੰਦੇ ਹਨ, ਕਦੇ ਕਿਸੇ ਮੌਜ ਵਿੱਚ, ਪਰ ਰੇਤ ਤੋਂ ਬਿਨਾਂ ਲੈਂਟਰ ਉਹਨਾਂ ਨੇ ਨਹੀਂ ਨਾ ਪਵਾਇਆ ਹੋਣਾ। ਅਸਲ ਵਿੱਚ ਮੈਂ ਇਹ ਵਿਸ਼ਾ ਹੀ ਬਦਲ ਦੇਣਾ ਚਾਹੁੰਦਾ ਸਾਂ, ਪਰ ਉਹ ਗੱਲ ਸੁਣਾਉਣ ਵਾਲੇ ਸੱਜਣ ਪਹਿਲਾਂ ਨਾਲੋਂ ਵੀ ਜ਼ਿਆਦਾ ਉਤਸ਼ਾਹ ਵਿੱਚ ਬੋਲੇ, ਨਹੀਂ ਜੀ, ਲੈਂਟਰ ਪਾ ਦਿੱਤਾ ਕਿ ਸੱਚ ਪੁੱਛੋ, ਮੈਂ ਆਖਾਂ ਕਿ ਜੇ ਧਰਤੀ ਵੇਲ ਦੇਵੇ ਤਾਂ ਵਿੱਚ ਨਿੱਘਰ ਜਾਈਏ। ਸਾਰੇ ਲੋਕ ਕੀ ਸੋਚਦੇ ਹੋਣਗੇ, ਰੇਤ ਤੋਂ ਬਿਨਾਂ ਲੈਂਟਰ ਇਸ ਤਰ੍ਹਾਂ ਦਾ ਪਵੇਗਾ ਜਿਸ ਤਰ੍ਹਾਂ ਭੂੰਡਾਂ ਦਾ ਖੱਖਰ ਹੁੰਦਾ ਹੈ, ਕਿਉਂਕਿ ਰੇਤ ਬਰੀਕ ਹੁੰਦੀ ਹੈ ਤੇ ਹਰ ਉਸ ਥਾਂ ਤੇ ਪਹੁੰਚ ਜਾਂਦੀ ਹੈ ਜਿੱਥੇ ਬਜਰੀ ਦੇ ਟੁਕੜਿਆਂ ਦੇ ਦਰਮਿਆਨ ਵੇਲ ਹੁੰਦਾ ਹੈ। ਇਸੇ ਲਈ ਹੀ ਮਿਸਤਰੀ ਲੈਂਟਰ ਪਾਉਂਦੇ ਵਕਤ ਪਾਣੀ ਦਾ ਡੱਬਾ ਪਾ ਕੇ ਕਈ ਵਾਰ ਖੜੇ ਰੁੱਖ ਕਾਂਡੀ ਮਾਰਦੇ ਹਨ ਤਾਂ ਕਿ ਰੇਤ ਹਰ ਥਾਂ ਪਹੁੰਚ ਜਾਏ। ਵਾਈਬ੍ਰੇਟਰ ਵੀ ਇਸੇ ਕੰਮ ਲਈ ਹੀ ਵਰਤਿਆ ਜਾਂਦਾ ਹੈ ਤਾਂ ਕਿ ਪੋਲ ਨਾ ਰਹੇ। ਰੇਤ ਤੋਂ ਬਿਨਾਂ ਪਾਇਆ ਲੈਂਟਰ
ਪਾਟ ਵੀ ਜ਼ਰੂਰ ਜਾਵੇਗਾ। ਉਸ ਦੀ ਉਹ ਤਾਕਤ ਬਣ ਨਹੀਂ ਸਕਦੀ ਜੋ ਰੇਤ ਨਾਲ ਬਣਦੀ ਹੈ। ਅਸਾਂ ਲੋਕਾਂ ਨੇ ਬੇਵਕੂਫ ਤੇ ਮੰਦਬੁੱਧੀ ਘੱਟ ਬੁੱਧੀ ਵਾਲੇ ਲੋਕਾਂ ਨੂੰ ਮਹਾਂਪੁਰਖਾਂ ਦਾ ਦਰਜਾ ਦੇ ਦਿੱਤਾ ਹੈ। ਅਸਲ ਵਿੱਚ ਸਾਧਾਂ ਨੂੰ ਇਮਾਰਤਾਂ ਬਣਾਉਣ ਵਾਸਤੇ ਪੈਸਾ ਦੇਣ ਵਾਲੇ ਤੇ ਸਾਧ ਆਪ ਦੋਵੇਂ ਹੀ ਬਿਮਾਰ ਮਾਨਸਿਕਤਾ ਦੇ ਸ਼ਿਕਾਰ ਹਨ। ਇਹਨਾਂ ਦੀਆਂ ਬਣਾਈਆਂ ਹੋਈਆਂ ਇਮਾਰਤਾਂ ਸਿਰਫ ਤੂੜੀ ਪਾਉਣ ਦੇ ਕੰਮ ਆ ਸਕਦੀਆਂ ਹਨ, ਹੋਰ ਕਿਸੇ ਕੰਮ ਨਹੀਂ। ਕਈ ਡੇਰੇ ਤਾਂ ਐਸੇ ਹਨ ਜਿਵੇਂ ਜੇਲ੍ਹ ਹੋਵੇ। ਸੂਰਜ ਛਿਪਣ ਤੋਂ ਬਾਅਦ ਮੱਥਾ ਟੇਕਣ ਵਾਲਾ ਅੰਦਰ ਵੜਨੋਂ ਡਰਦਾ ਹੈ। ਕੜਾਹ ਖਾ ਖਾ ਕੇ ਕੱਟਿਆਂ ਵਾਂਗ ਪਲੇ ਹੋਏ ਵਿਹਲੜ ਸਾਧਾਂ ਤੋਂ ਬਿਨਾਂ ਲਾਗੇ ਛਾਗੇ ਕੋਈ ਚਿੜੀ ਪਰਿੰਦਾ ਨਹੀਂ ਹੁੰਦਾ। ਸਰਕਾਰੀ ਮਦਦ ਵਾਲੇ ਅਨਪੜ੍ਹ ਤੇ ਹੰਕਾਰ ਵਿੱਚ ਮੱਥੇ ਹੋਏ ਸਾਧ ਸਿੱਖੀ ਦੇ ਪ੍ਰਚਾਰ ਦੇ ਰਾਹ ਵਿੱਚ ਖੜੱਪੇ ਸੱਪ ਵਾਂਗ ਖੜੇ ਹਨ। ਇੱਕ ਵਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਸਰਦਾਰ ਸਤਨਾਮ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ ਤੇ ਮੇਰੀ ਡਿਊਟੀ ਸਰਦਾਰ ਗੁਰਚਰਨ ਸਿੰਘ ਟੌੜਾ ਨੂੰ ਮਿਲ ਕੇ ਉਹਨਾਂ ਦਾ ਕੋਈ ਸੁਨੇਹਾ ਦੇਣ ਲਈ ਲਾਈ। ਉਦੋਂ ਖਾੜਕੂਵਾਦ ਦਾ ਬੜਾ ਜ਼ੋਰ ਸੀ ਤੇ ਟੌੜਾ ਸਾਹਿਬ ਨੇ ਗੁਰਦੁਆਰਾ ਧਮਧਾਨ ਸਾਹਿਬ ਹਰਿਆਣਾ ਵਿਖੇ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਦੀ ਮੀਟਿੰਗ ਬੁਲਾਈ ਹੋਈ ਸੀ। ਟੌੜਾ ਸਾਹਿਬ ਨੇ ਕਿਹਾ, ਸੱਜਣੋ, ਇਹ ਇਸ ਸਾਲ ਦੀ ਆਪਣੀ ਆਖਰੀ ਮੀਟਿੰਗ ਹੈ। ਜਿਉਂਦੇ ਰਹੇ ਤੇ ਅਗਲੇ ਸਾਲ ਫਿਰ ਮਿਲਾਂਗੇ। ਜਦੋਂ ਅਸੀਂ ਸਾਰੇ ਮੱਥਾ ਟੇਕਣ ਗਏ ਤਾਂ ਗੁਰਦੁਆਰਾ ਸਾਹਿਬ ਦੀ ਡਿਓੜੀ ਵਿੱਚ ਉੱਪਰਲੇ ਪਾਸੇ ਵੱਡੀਆਂ ਵੱਡੀਆਂ ਤਰੇੜਾਂ ਆਈਆਂ ਪਈਆਂ ਸਨ। ਮੈਂ ਟੌੜਾ ਸਾਹਿਬ ਨੂੰ ਪੁੱਛਿਆ, ਪ੍ਰਧਾਨ ਜੀ, ਗੁਰਦੁਆਰਾ ਸਾਹਿਬ ਦੀ ਤਾਂ ਅਜੇ ਕਾਰ ਸੇਵਾ ਚੱਲ ਰਹੀ ਹੈ ਤੇ ਡਿਓੜੀ ਵੀ ਨਵੀਂ ਹੀ ਬਣੀ ਹੈ, ਪਰ ਆਹ ਤਰੇੜਾਂ ਕਿਉਂ? ਉਹਨਾਂ ਨੇ ਬਾਬਾ ਜੀ ਕਾਰ ਸੇਵਾ ਵਾਲਾ ਦੇ ਕਾਰ ਮੁਖਤਿਆਰ ਨੂੰ ਬੁਲਾ ਕੇ ਪੁੱਛਿਆ ਤਾਂ ਉਸਨੇ ਕਿਹਾ, ਜੀ ਸਾਨੂੰ ਸਮਝ ਨਹੀਂ ਲੱਗੀ, ਸਗੋਂ ਅਸੀਂ ਤੇ ਸੀਮਟ ਰੇਤ ਤੇ ਬਜਰੀ ਵੀ ਬਰਾਬਰ ਪਾਈ ਹੈ ਤਾਂ ਕਿ ਗੁਰਦੁਆਰਾ ਸਾਹਿਬ ਦਾ ਕੰਮ ਹੈ ਚੀਜ਼ ਮਜ਼ਬੂਤ ਬਣ ਜਾਵੇ ਤੇ ਤਰਾਈ ਵਾਲੀ ਕੋਈ ਕਸਰ ਨਹੀਂ ਛੱਡੀ। ਵਿੱਚੋਂ ਇੱਕ ਐਗਜ਼ੈਕਟਿਵ ਮੈਂਬਰ ਨੇ ਕਿਹਾ, ਬਰਾਬਰ ਨਾਲ ਹੀ ਬੇੜਾ ਗਰਕ ਹੋਇਆ। ਸਾਰਿਆਂ ਨੇ ਵਾਹਿਗੁਰੂ ਕਿਹਾ ਤੇ ਮੱਥਾ ਟੇਕਣ ਤੁਰ ਪਏ। ਮੈਂ ਉਸ ਸੱਜਣ ਨੂੰ ਪੁੱਛਿਆ, ਹੁਣ ਤਰੇੜਾਂ ਦਾ ਕੀ ਕਰੋਗੇ? ਤਾਂ ਉਹਨੇ ਕਿਹਾ, ਬਾਬਾ ਜੀ ਆਂਦੇ ਸੀ ਇਹਨਾਂ ਵਿੱਚ ਸੀਮਟ ਘੋਲ ਕੇ ਪਾ ਦਿਓ ਤੇ ਉੱਤੋਂ ਟੱਕ ਕੇ ਪਲਸਤਰ ਦੁਬਾਰਾ ਕਰ ਦਿਓ, ਵਾਹਿਗੁਰੂ ਕਿਰਪਾ ਕਰਨਗੇ, ਕਿਤੇ ਨਹੀਂ ਜਾਂਦੀ। ਹੋਈ ਨਾ ਉਹ ਗੱਲ, ਅਖੇ ਨਾਲੇ ਕੰਨ ਪਾਟੇ ਨਾਲੇ ਰੰਨ ਖੋਹੀ। ਤਿੱਗਣਾ ਚੌਗਣਾ ਪੈਸਾ ਵੀ ਲੱਗ ਗਿਆ ਤੇ ਤਰੇੜਾਂ ਫੇਰ ਪਾਟ ਗਈਆਂ। ਤੇ ਜੇ ਕਿਸੇ ਇਮਾਰਤ ਸਾਜ਼ ਜਾਂ ਇੰਜੀਨੀਅਰ ਨੂੰ ਬਣਦੀ ਇਮਾਰਤ ਦੇ ਲਾਗੇ ਖਿਲਾਰਿਆ ਹੁੰਦਾ ਤਾਂ ਉਹ ਵੱਧ ਤੋਂ ਵੱਧ 10,000 ਰੁਪਏ ਮਹੀਨਾ ਲੈ ਲੈਂਦਾ ਤੇ ਕਈ ਲੱਖਾਂ ਰੁਪਏ ਸਮਾਨ ਵਿੱਚੋਂ ਵੀ ਬਚਾ ਦਿੰਦਾ ਤੇ ਇਮਾਰਤ ਵੀ ਅਖਰੋਟ ਵਰਗੀ ਬਣਦੀ। ਇੱਕ ਵਾਰ ਮੈਂ ਮਾਰਬਲ ਲੈਣ ਮਕਰਾਣੇ ਗਿਆ। ਮੇਰੇ ਨਾਲ ਅਕਾਲੀ ਲੀਡਰ ਸਰਦਾਰ ਬਲਬੀਰ ਸਿੰਘ ਚੀਮਾ ਐਡਵੋਕੇਟ ਵੀ ਸਨ। ਅਕਾਲੀ ਦਲ ਵਿੱਚ ਹੋਣ ਕਰਕੇ ਅਸੀਂ ਰਵਾਇਤੀ ਕੱਪੜੇ ਕੁੜਤਾ ਪਜਾਮਾ ਤੇ ਨੀਲੀ ਪੱਗ ਬੰਨ੍ਹਦੇ ਸਾਂ। ਮਕਰਾਣੇ ਵਿੱਚ ਸਭ ਤੋਂ ਵਧੀਆ ਹੋਟਲ ਸ਼ਾਲੀਮਾਰ ਹੀ ਹੈ, ਇਸ ਲਈ ਅਸੀਂ ਉਸੇ ਵਿੱਚ ਹੀ ਠਹਿਰੇ। ਆਪਣੇ ਕਮਰੇ ਵਿੱਚ ਜਾ ਕੇ ਅਸਾਂ ਬਹਿਰੇ ਨੂੰ 2 ਕੱਪ ਚਾਹ ਲਿਆਉਣ ਲਈ ਆਖਿਆ। ਪੂਰੇ ਘੰਟੇ ਬਾਅਦ ਚਾਹ ਆਈ ਤੇ ਉਹ ਵੀ ਸਟੀਲ ਦੇ ਗਲਾਸਾਂ ਵਿੱਚ। ਚੀਮਾ ਸਾਹਿਬ ਬਹੁਤ ਗੁੱਸੇ ਵਿੱਚ ਆ ਗਏ ਤੇ ਉਹਨਾਂ ਬਹਿਰੇ ਨੂੰ ਆਖਿਆ, ਜਾ ਕੇ ਮੈਨੇਜਰ ਨੂੰ ਕੱਲ। ਮੈਨੇਜਰ ਆਇਆ ਤਾਂ ਅਸੀਂ ਵਰ ਪਏ। ਪਹਿਲੀ ਗੱਲ ਤਾਂ ਇਹ ਬਈ ਘੰਟੇ ਬਾਅਦ ਚਾਹ ਆਈ ਹੈ ਤੇ ਉਹ ਵੀ ਸਟੀਲ ਦੇ ਗਲਾਸਾਂ ਵਿੱਚ। ਇਸ ਹੋਟਲ ਵਿੱਚ ਜੇ ਤੁਸੀਂ ਕੱਪ ਵੀ ਨਹੀਂ ਰੱਖ ਸਕਦੇ ਤਾਂ ਹੋਟਲ ਨੂੰ ਤਾਲਾ ਕਿਉਂ ਨਹੀਂ ਲਾ ਦਿੰਦੇ? ਇਹ ਕਿਹੜੀ ਨਸਲ ਦਾ ਹੋਟਲ ਹੈ ਜਿਹਦੇ ਵਿੱਚ ਚਾਹ ਪੀਣ ਲਈ ਕੱਪ ਵੀ ਨਹੀਂ? ਉਹ ਮੈਨੇਜਰ ਵਿਚਾਰਾ ਹੱਥ ਜੋੜ ਕੇ ਆਖਣ ਲੱਗਾ, ਜੀ ਸਾਡੇ ਹੋਟਲ ਵਿੱਚ ਕੱਪ ਤਾਂ ਅੱਗ ਲਾਇਆ ਨਹੀਂ ਮੁੱਕਦੇ। ਇਹ ਗਲਾਸ ਤਾਂ ਮੈਂ ਆਪਣੇ ਘਰੋਂ ਲਿਆਇਆ ਹਾਂ। ਆ ਵੇਖੋ, ਸਗੋਂ ਸਕੂਟਰ ਤੋਂ ਡਿੱਗਣ ਕਰਕੇ ਮੈਨੂੰ ਸੱਟ ਵੀ ਲੱਗ ਗਈ ਹੈ। ਮੈਨੇਜਰ ਬੱਬੋ ਲਿਕਾ ਜਿਹਾ ਹੋ ਕੇ ਬੋਲਿਆ। ਅਸੀਂ ਵੀ ਕੁਝ ਹੈਰਾਨੀ ਤੇ ਕੁਝ ਉਸ ਦੇ ਵਗਦੇ ਲਹੂ ਵੱਲ ਵੇਖ ਕੇ ਅਫਸੋਸ ਜਿਹੇ ਨਾਲ ਆਖਿਆ, ਪਰ ਮੈਨੇਜਰ ਸਾਹਿਬ, ਕੱਪ ਹੁੰਦਿਆਂ ਸੁਣਦਿਆਂ ਤੁਸੀਂ ਸਟੀਲ ਦੇ ਗਲਾਸ ਘਰ ਲੈਣ ਕਿਉਂ ਗਏ? ਉਹ ਕਹਿਣ ਲੱਗਾ, ਜੀ ਪਿਛਲੇ ਮਹੀਨੇ ਪੰਜਾਬ ਵਿੱਚੋਂ ਇੱਕ ਬਾਬਾ ਜੀ ਆਏ ਸਨ ਇੱਥੇ ਪੱਥਰ ਲੈਣ। ਉਹਨਾਂ ਦੇ ਕੱਪੜੇ ਵੀ ਤੁਹਾਡੇ ਵਰਗੇ ਹੀ ਸਨ, ਸਗੋਂ ਉਹ ਤੇ ਬਹੁਤ ਹੀ ਖੁੱਲੇ ਜਿਹੇ ਸਨ। ਮੈਂ ਸਮਝਿਆ ਤੁਸੀਂ ਵੀ ਬਾਬਾ ਜੀ ਵਾਂਗ ਪੱਥਰ ਲੈਣ ਆਏ ਹੋ। ਉਹਨਾਂ ਨੂੰ ਅਸਾਂ ਕੱਪਾਂ ਵਿੱਚ ਚਾਹ ਦਿੱਤੀ ਸੀ ਤੇ ਉਹਨਾਂ ਨੇ ਕੱਪਾਂ ਨੂੰ ਹੱਥ ਵੀ ਨਹੀਂ ਸੀ ਲਾਇਆ। ਅਸਾਂ ਆਖਿਆ, ਕੀ ਪਤਾ ਤੁਸੀਂ ਵੀ ਉਹਨਾਂ ਦੇ ਨਾਲ ਦੇ ਹੀ ਨਾ ਹੋਵੋ। ਤਾਂ ਮੈਂ ਘਰੋਂ ਗਲਾਸ ਲੈਣ ਗਿਆ। ਅਸੀਂ ਦੋਵੇਂ ਬੜੇ ਸ਼ਰਮਿੰਦੇ ਜਿਹੇ ਹੋਏ ਤੇ ਉਹਨੂੰ ਪੁੱਛਿਆ,
ਤੇ ਉਹ ਜਿਹੜੇ ਉਦੋਂ ਦੇ ਸਟੀਲ ਦੇ ਗਲਾਸ ਸੀ ਉਹ ਕਿੱਧਰ ਗਏ। ਮੈਨੇਜਰ ਕਹਿਣ ਲੱਗਾ, ਜੀ ਉਹਨਾਂ ਨਾਲ 7-8 ਬਾਬੇ ਹੋਰ ਸਨ ਤੇ ਜਿੰਨੇ ਦਿਨ ਉਹ ਰਹੇ ਸਟੀਲ ਦੇ ਗਲਾਸ ਵਰਤਦੇ ਰਹੇ। ਫਿਰ ਅਸਾਂ ਪੁੱਛਿਆ, ਫਿਰ ਕੀ? ਉਹ ਕਹਿਣ ਲੱਗਾ, ਜੀ ਉਹਨਾਂ ਦੇ ਜਾਣ ਮਗਰੋਂ ਉਹ ਗਲਾਸ ਸਾਨੂੰ ਲੱਭੇ ਨਹੀਂ, ਖਬਰਿਆ ਭੁਲੇਖੇ ਨਾਲ ਹੀ ਚਲੇ ਗਏ। ਦੂਸਰੇ ਦਿਨ ਸਵੇਰੇ ਨਹਾ ਧੋ ਕੇ ਅਸੀਂ ਬਾਜ਼ਾਰ ਵੱਲ ਨਿਕਲੇ ਤਾਂ ਜਿਹੜੀ ਵੀ ਦੁਕਾਨ ਤੇ ਜਾਈਏ, ਬਾਬਾ ਜੀ ਲੰਘ ਆਓ, ਧੰਨ ਭਾਗ ਸਾਡੇ ਕਹਿ ਕੇ ਸਾਡਾ ਸਵਾਗਤ ਕੀਤਾ ਜਾਵੇ। ਜੇ ਅਸੀਂ ਅੱਗੇ ਤੁਰ ਪਈਏ ਤਾਂ ਉਹ ਰਾਜਸਥਾਨੀ ਆਖਣ, ਬਾਬਾ ਜੀ ਲਿਓ ਭਾਵੇਂ ਨਾ, ਸਾਡੀ ਦੁਕਾਨ ਵਿੱਚ ਚਰਨ ਪਾ ਕੇ ਪਵਿੱਤਰ ਹੀ ਕਰ ਜਾਓ। ਪੂਰੇ ਮਕਰਾਣੇ ਵਿੱਚ 11-11 ਹਜ਼ਾਰ ਤੋਂ ਉੱਤੇ ਰਜਿਸਟਰਡ ਦੁਕਾਨਾਂ ਮਾਰਬਲ ਦੀਆਂ ਹੋਣਗੀਆਂ। ਅਹਾਤੇ ਜੇ ਵੱਲ ਕੇ ਸਾਰਿਆਂ ਨੇ ਆਪੋ ਆਪਣਾ ਪੱਥਰ ਰੱਖਿਆ ਹੋਇਆ। ਘੱਟੋ ਘੱਟ 20 ਕਿਲੋਮੀਟਰ ਇੱਕ ਪਾਸੇ ਤੇ ਇਹਨਾਂ ਕੋ ਦੂਜੇ ਪਾਸੇ ਫੈਲੇ ਇਲਾਕੇ ਵਿੱਚ ਮਾਰਬਲ ਦੀਆਂ ਖਾਣਾਂ ਹਨ। ਡੁੰਗਰੀ, ਕੁਮਾਰੀ, ਮਾਤਾਵਰ, ਗੁਲਾਬੀ, ਅਲਬਰਟਾ ਪਿੰਕ ਤੇ ਅਲਬਰਟਾ ਵਾਈਟ, ਇਹ ਕਿਸਮਾਂ ਜ਼ਮੀਨ ਦੇ ਥੱਲਿਓਂ ਨਿਕਲਦੀਆਂ ਹਨ। ਕੋਈ 20,000 ਤੋਂ ਉੱਤੇ ਕਰੇਨਾਂ ਡੂੰਘਾਈ ਵਿੱਚੋਂ ਪੱਥਰ ਕੱਢਣ ਲਈ ਕੰਢਿਆਂ ਤੇ ਲਾਈਨਾਂ ਵਿੱਚ ਫਿੱਟ ਕੀਤੀਆਂ ਹੋਈਆਂ ਹਨ। ਹਰ ਇੱਕ ਦਾ ਸਮਰੱਥਾ ਅਨੁਸਾਰ ਖੇਤਰ ਹੈ। ਕਿਸੇ ਦਾ 1 ਕਮਰੇ ਜਿੰਨਾ, ਕਿਸੇ ਦਾ 2 ਕਮਰੇ ਜਿੰਨਾ। ਡੂੰਗਰੀ ਖਾਣ ਤਾਂ ਹੁਣ ਬਹੁਤ ਥੱਲੇ ਜਾ ਚੁੱਕੀ ਹੈ। ਥੱਲਿਓਂ ਪੱਥਰ ਦੀ ਕੁਆਲਿਟੀ ਤਾਂ ਬਹੁਤ ਵਧੀਆ ਹੈ, ਪਰ ਕੱਢਣਾ ਹੁਣ ਬਹੁਤ ਔਖਾ ਹੋ ਗਿਆ ਹੈ। ਪੱਥਰ ਦੀ ਕੁਆਲਿਟੀ ਸਾਰੀਆਂ ਖਾਣਾਂ ਦੀ ਉੱਪਰ ਤੋਂ ਥੱਲੇ ਜਾਂਦਿਆਂ ਵਧੀਆ ਹੁੰਦੀ ਜਾਂਦੀ ਹੈ। ਪੱਥਰ ਤੋੜਨ ਲਈ ਵੀ ਬੜਾ ਸਿਆਪਾ ਕਰਨਾ ਪੈਂਦਾ ਹੈ। ਪਹਿਲਾਂ ਜਿੱਡੇ ਪੱਥਰ ਦਾ ਟੁਕੜਾ ਕੱਢਣਾ ਹੋਵੇ, ਉਸ ਦੇ ਆਲੇ ਦੁਆਲੇ ਦੀ ਮਿਣਤੀ ਕਰਕੇ ਚਾਕ ਨਾਲ ਚੌਖਟਾ ਉਲੀਕਿਆ ਜਾਂਦਾ ਹੈ ਤੇ ਫਿਰ ਵੱਡੇ ਵੱਡੇ ਵਰਮਿਆਂ ਨਾਲ 1-1 ਇੰਚ ਦੇ ਛੇਕ ਕੀਤੇ ਜਾਂਦੇ ਹਨ, ਜੋ ਥੱਲੇ ਤੱਕ ਕਾਫੀ ਡੂੰਘੇ ਹੁੰਦੇ ਹਨ। ਉਸ ਤੋਂ ਬਾਅਦ ਕਰੇਨ ਨਾਲ ਜਦੋਂ ਪੱਥਰ ਦਾ ਉਹ ਟੁਕੜਾ ਉੱਪਰ ਨੂੰ ਚੁੱਕਿਆ ਜਾਂਦਾ ਹੈ ਤਾਂ ਆਲੇ ਦੁਆਲੇ ਛੇਕ ਕੱਢੇ ਹੋਣ ਕਰਕੇ ਪੱਥਰ ਉੱਥੋਂ ਟੁੱਟ ਜਾਂਦਾ ਹੈ ਤੇ ਥੱਲੇ ਵਾਲੇ ਪੱਥਰ ਨਾਲੋਂ ਵੱਖ ਹੋ ਜਾਂਦਾ ਹੈ। ਇਸ ਤਰ੍ਹਾਂ ਉਹ ਕਰੇਨ ਨਾਲ ਖਿੱਚ ਕੇ ਬਾਹਰ ਕੱਢਿਆ ਜਾਂਦਾ ਹੈ। ਕਾਰਖਾਨਿਆਂ ਵਿੱਚ ਲੈ ਜਾ ਕੇ ਜਿੱਥੇ ਹੀਰੇ ਦੀ ਟਿੱਪ ਵਾਲੇ 50-50 ਬਲੇਡ ਇਕੱਠੇ ਚੱਲਦੇ ਹਨ, ਇਸ ਪੱਥਰ ਦੀਆਂ ਡਬਲ ਰੋਟੀ ਦੇ ਸਲਾਈਸਾਂ ਵਾਂਗ ਪੌਣੀ ਇੰਚ ਮੋਟੀਆਂ ਸਲੈਬਾਂ ਚੀਰ ਲਈਆਂ ਜਾਂਦੀਆਂ ਹਨ। ਰਾਜਸਥਾਨ ਸਰਕਾਰ ਨੂੰ ਰਿਆਲਟੀ ਦੇ ਤੌਰ ਤੇ ਹੀ ਕਰੋੜਾਂ ਰੁਪਏ ਰੋਜ਼ ਦੀ ਆਮਦਨ ਹੁੰਦੀ ਹੈ। ਪਤਾ ਨਹੀਂ ਇਸ ਧਰਤੀ ਦੇ ਪੱਥਰ ਵਿੱਚ ਕੀ ਹੈ। ਇਸ ਨੇ ਸਾਰੇ ਪੰਜਾਬ ਦੇ ਨਾਲ ਲੱਗਦੇ ਹੋਰ ਸੂਬਿਆਂ ਦੇ ਸਾਧਾਂ ਨੂੰ ਆਪਣੇ ਵੱਸ ਵਿੱਚ ਕੀਤਾ ਹੋਇਆ ਹੈ। ਇਸ ਪੱਥਰ ਵਿੱਚ ਸਾਧ ਸੰਤਾਂ ਦੀ ਜਾਨ ਹੈ। ਇਹਨਾਂ ਸੰਤਾਂ ਨੇ ਢੋ ਕੇ ਪੱਥਰ ਰਾਜਸਥਾਨ ਦੀ ਜੂਨ ਸਵਾਰ ਦਿੱਤੀ ਹੈ। ਜੇ ਸਰਕਾਰ ਅੱਜ ਐਲਾਨ ਕਰ ਦੇਵੇ ਕਿ ਹੁਣ ਰਾਜਸਥਾਨ ਵਿੱਚ ਪੱਥਰ ਪੰਜਾਬ ਵਿੱਚ ਨਹੀਂ ਆ ਸਕੇਗਾ, ਤਾਂ ਹੋ ਸਕਦਾ ਹੈ ਕਿ ਕਈ ਸਾਧ ਖਬਰ ਸੁਣਦਿਆਂ ਹੀ ਸਵਾਸ ਛੱਡ ਜਾਣ। ਬਹੁਤੇ ਕਾਰ ਸੇਵੀ ਸਾਧ ਤਾਂ ਇਸ ਕਰਕੇ ਵੀ ਸਰਕਾਰ ਦੇ ਜ਼ੁਲਮਾਂ ਅੱਗੇ ਜ਼ੁਬਾਨ ਨਹੀਂ ਖੋਲ੍ਹਦੇ ਕਿ ਕਿਤੇ ਮਕਰਾਣੇ ਤੋਂ ਆਉਣ ਵਾਲੇ ਪੱਥਰ ਤੇ ਸਰਕਾਰ ਪਾਬੰਦੀ ਹੀ ਨਾ ਲਾ ਦੇਵੇ। ਬੀਬੀ ਭਾਨੀ ਦਾ ਮਿੱਟੀ ਦਾ ਚੁੱਲ੍ਹਾ, ਜਿਹਦੇ ਲਗਭਗ 350 ਸਾਲ ਸੰਗਤਾਂ ਦਰਸ਼ਨ ਕਰਦੀਆਂ ਰਹੀਆਂ ਹਨ, ਢਾਹ ਕੇ ਸੰਗਮਰਮਰ ਦਾ ਬਣਾ ਦਿੱਤਾ ਗਿਆ ਹੈ। ਸਭ ਪੁਰਾਤਨ ਇਤਿਹਾਸਕ ਥਾਵਾਂ ਤੇ ਪੱਥਰ ਹੀ ਪੱਥਰ ਸੰਗਮਰਮਰ ਥੱਪ ਦਿੱਤਾ ਗਿਆ। ਸਾਧ ਕਹਿੰਦੇ ਹਨ, ਸੰਗਮਰਮਰ ਤੋਂ ਬਿਨਾਂ ਗੁਰਦੁਆਰਾ ਕਾਹਦਾ, ਅੰਦਰ ਬਾਹਰ ਫਰਸ਼ਾਂ ਨੂੰ ਪੱਥਰ ਹੀ ਪੱਥਰ। ਗੁਰ ਇਤਿਹਾਸ ਦੀ ਪੁਰਾਤਨਤਾ ਪੱਥਰਾਂ ਵਿੱਚ ਲਪੇਟ ਦਿੱਤੀ ਗਈ ਹੈ ਤੇ ਉਹ ਵੀ ਕਾਰ ਸੇਵਾ ਦੇ ਨਾਂ ਥੱਲੇ। ਇਹ ਕੰਮ ਤਾਂ ਕੋਈ ਦੁਸ਼ਟ ਤੋਂ ਦੁਸ਼ਟ ਸਰਕਾਰ ਤੇ ਇਥੋਂ ਤੱਕ ਕਿ ਅਹਿਮਦ ਸ਼ਾਹ ਅਬਦਾਲੀ ਤੇ ਮੀਰ ਮੰਨੂ ਵੀ ਨਹੀਂ ਸੀ ਕਰ ਸਕਦੇ, ਜੋ ਇਹਨਾਂ ਸਾਧਾਂ ਨੇ ਕਰ ਵਿਖਾਇਆ ਹੈ। ਜੇ ਸਤਿਗੁਰਾਂ ਨੂੰ ਪੱਥਰ ਨਾਲ ਕੋਈ ਪਿਆਰ ਹੁੰਦਾ ਤਾਂ ਉਹ ਰਾਜਸਥਾਨ ਵਿੱਚ ਹੀ ਜਨਮ ਨਾ ਲੈ ਲੈਂਦੇ। ਪਰ ਇਹਨਾਂ ਕਾਰ ਸੇਵਾ ਵਾਲੇ ਸਾਧਾਂ ਨੇ ਪੱਥਰ ਦਾ ਗੁਰੂ ਘਰ ਨਾਲ ਅਟੁੱਟ ਰਿਸ਼ਤਾ ਬਣਾ ਦਿੱਤਾ ਹੈ। ਸਿੱਖੀ ਨੂੰ ਛੇਤੀ ਹਿੰਦੂ ਕਰਨ ਵੱਲ ਲਿਜਾਣ ਵਿੱਚ ਪੱਥਰ ਦਾ ਵੀ ਵੱਡਾ ਹਿੱਸਾ ਹੈ। ਉਹ ਪੱਥਰ ਦੀਆਂ ਮੂਰਤੀਆਂ ਬਣਾਉਂਦੇ ਹਨ ਤੇ ਇਹ ਪਾਲਕੀਆਂ ਤੇ ਥੰਮ ਬਣਾ ਕੇ ਪੈਸਾ ਰੋੜੀ ਜਾਂਦੇ ਹਨ। ਜਦੋਂ ਵੀ ਅਸੀਂ ਕਿਸੇ ਦੁਕਾਨ ਤੇ ਜਾਈਏ, ਉਹ ਬਹੁਤ ਪ੍ਰੇਮ ਕਰਨ। ਦੁਪਹਿਰ ਤੱਕ ਸਾਨੂੰ ਪਤਾ ਲੱਗ ਚੁੱਕਾ ਸੀ ਕਿ ਉਹਨਾਂ ਪੱਥਰ ਵੇਚਣ ਵਾਲੇ ਦੁਕਾਨਦਾਰਾਂ ਦਾ ਸਾਡੇ ਨਾਲ ਪ੍ਰੇਮ ਕਿਉਂ ਮੁੜਦਾ ਹੈ। ਜਿਵੇਂ ਹਿੰਦੂ ਦੀਵਾਲੀ ਵਾਲੇ ਦਿਨ ਰਾਤ ਨੂੰ ਦਰਵਾਜ਼ੇ ਚੌੜ ਚਪੱਟ ਖੁੱਲ੍ਹੇ ਰੱਖਦੇ ਹਨ ਤੇ ਰਾਤ ਨੂੰ ਲక్ష్ਮੀ ਆਏਗੀ ਤੇ ਘਰ ਹੀਰੇ ਜਵਾਹਰਾਤਾਂ ਤੇ ਧਨ ਨਾਲ ਭਰ ਜਾਵੇਗਾ। ਇਸੇ ਤਰ੍ਹਾਂ ਹੀ ਇਹਨਾਂ ਨੂੰ ਪਤਾ ਹੈ ਕਿ ਜੇ ਸਿੱਖਾਂ ਨੇ ਅਹਾਤੇ ਵਿੱਚ ਪੈਰ ਪਾ ਲਿਆ ਤੇ ਅਸਾਂ ਆਪਣੀਆਂ ਚਿਕਨੀਆਂ ਚੋਪੜੀਆਂ
ਤੇ ਧੰਦੇ ਦੀਆਂ ਕਸਮਾਂ ਖਾ ਖਾ ਕੇ ਇਹਨਾਂ ਨੂੰ ਭਰਮਾ ਲਿਆ ਤਾਂ ਫਿਰ ਅਗਲੇ 6 ਮਹੀਨੇ ਬਹਿ ਕੇ ਖਾ ਸਕਦੇ ਹਾਂ। ਦੁਕਾਨਦਾਰੀ ਕਰਨ ਤੇ ਦੁਕਾਨ ਖੋਲ੍ਹਣ ਦੀ ਕੋਈ ਲੋੜ ਨਹੀਂ। ਐਸਾ ਚਮਤਕਾਰ ਉੱਥੇ ਕਈ ਵਾਰ ਹੋ ਚੁੱਕਾ ਹੈ। ਜਦੋਂ ਬਾਬਿਆਂ ਦੀ ਕਿਸੇ ਤੇ ਨਜ਼ਰ ਸਵੱਲੀ ਹੋਈ ਤਾਂ ਉਹਨਾਂ ਨੇ ਉਸ ਦੁਕਾਨਦਾਰ ਦੀ ਕਈ ਸਾਲਾਂ ਦੀ ਬੇਕਾਰ ਪਈ ਰਹਿੰਦ ਖੂੰਹਦ ਤਿੱਗਣੇ ਚੌਗਣੇ ਭਾਅ ਖਰੀਦ ਕੇ ਲੈ ਲਈ ਤੇ ਬਾਬਿਆਂ ਨੂੰ ਖੁਸ਼ ਕਾਹਦੇ ਨਾਲ ਕੀਤਾ? ਬਸ ਸਟੀਲ ਦੇ ਗਲਾਸ, ਬਾਬਾ ਜੀ ਵਰਗੇ ਸ਼ਬਦ ਤੇ ਬਾਬਾ ਜੀ ਦੇ ਚਰਨਾਂ ਤੇ ਹੱਥ ਲਾ ਕੇ ਤੇ ਆਪਣੇ ਮੱਥੇ ਲਾ ਕੇ ਕਿਹਾ, ਬਾਬਾ ਜੀ ਅੱਜ ਮੈਂ ਧੰਨ ਹੋ ਗਿਆ ਹਾਂ, ਵੇਖੋ ਮੇਰਾ ਸਰੀਰ ਕਿਦਾਂ ਠੰਡਾ ਠਾਰ ਹੋ ਗਿਆ। ਉਸ ਨੇ ਕਿਹਾ, ਬਾਬਾ ਜੀ ਮੈਂ ਸਾਰੀ ਜ਼ਿੰਦਗੀ ਵਿੱਚ ਬਹੁਤ ਕਮਾਈ ਕੀਤੀ ਹੈ, ਪਰ ਕਸਮ ਹੈ ਧੰਦੇ ਦੀ ਅੱਜ ਮੈਂ ਤੁਹਾਡੇ ਕੋਲ ਇੱਕ ਪੈਸਾ ਵੀ ਨਹੀਂ ਕਮਾਉਣਾ, ਬਸ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ। ਕਈ ਬਾਬੇ ਉਹਨਾਂ ਨੇ ਤਾਜ਼ੀ ਮੁੰਨੀ ਭੇਂਡ ਵਾਂਗ ਉੱਥੋਂ ਮੁੰਨ ਕੇ ਘੱਲੇ ਹਨ ਤੇ ਬਾਬਾ ਜੀ ਦਾ ਵੀ ਕੀ ਗਿਆ। ਇੱਕ ਵਾਰ ਇੱਕ ਬਾਬਾ ਜੀ ਨੂੰ ਉਹਨਾਂ ਨੇ ਕੱਚਾ ਪੱਥਰ ਦੇ ਦਿੱਤਾ। ਉਹ ਸੰਗਮਰਮਰ ਬਿਲਕੁਲ ਕੱਚਾ ਹੁੰਦਾ ਹੈ ਤੇ ਹੱਥ ਨਾਲ ਭੋਰਿਆਂ ਭੁਰ ਜਾਂਦਾ ਹੈ ਤੇ ਬਿਲਕੁਲ ਖੰਡ ਵਰਗੇ ਦਾਣੇ ਬਣ ਜਾਂਦੇ ਹਨ। ਬਾਬੇ ਨੇ ਬਦਨਾਮੀ ਤੋਂ ਡਰਦੇ ਨੇ 2 ਟਰੱਕ ਮਾਰਬਲ ਵੱਡਾ ਸਾਰਾ ਟੋਆ ਕਢਵਾ ਕੇ ਵਿੱਚ ਨੱਪ ਦਿੱਤਾ ਤੇ ਦੂਜੇ ਦਿਨ ਹੋਰ ਪੱਥਰ ਲੈਣ ਮਕਰਾਣੇ ਚਲਾ ਗਿਆ। ਇਹ ਬਾਬੇ ਤਾਂ ਕੀ ਪੰਜਾਬ ਦਾ ਕੋਈ ਐਸਾ ਮਾਰਬਲ ਵੇਚਣ ਵਾਲਾ ਦੁਕਾਨਦਾਰ ਵੀ ਨਹੀਂ ਹੋਵੇਗਾ ਜਿਹੜਾ ਛਾਤੀ ਤੇ ਹੱਥ ਰੱਖ ਕੇ ਆਖ ਸਕੇ ਕਿ ਮਕਰਾਣੇ ਤੇ ਰਾਜਗੜ੍ਹ ਤੋਂ ਪੱਥਰ ਲਿਆਉਣ ਲੱਗਿਆ ਉਸ ਨਾਲ ਕਦੇ ਧੋਖਾ ਨਹੀਂ ਹੋਇਆ। ਮੈਂ ਵੀ ਉੱਥੋਂ ਕਈ ਵਾਰ ਪੱਥਰ ਲਿਆਇਆ ਹਾਂ, ਪਰ ਫਿਰ ਕੇ ਖੁੱਚਾਂ ਨਿਕਲ ਜਾਂਦੀਆਂ ਹਨ। ਪਹਿਲੇ 4 ਦਿਨ ਤਾਂ ਦੁਕਾਨ ਤੇ ਜਾ ਕੇ ਭਾਅ ਪੁੱਛ ਕੇ ਜਦੋਂ ਪੱਕੀ ਤਸੱਲੀ ਹੋ ਜਾਵੇ ਤਾਂ ਫਿਰ ਵੀ ਇੱਕ ਦੁਕਾਨ ਤੋਂ ਸਿਰਫ ਇੱਕ ਟਰੱਕ ਹੀ ਲੈਂਦਾ ਰਿਹਾ ਹਾਂ, ਤਾਂ ਜਾ ਕੇ ਕਿਤੇ ਧੋਖਾ ਹੋਣ ਤੋਂ ਬਚਾ ਹੁੰਦਾ ਸੀ। ਕਈ ਵਾਰ ਤਾਂ ਕਈਆਂ ਵਪਾਰੀਆਂ ਨਾਲ ਐਸਾ ਵੀ ਹੋਇਆ ਹੈ ਕਿ ਉਹਨਾਂ ਨੇ ਪੱਥਰ ਪਸੰਦ ਕਰ ਲਿਆ, ਬਲਕਿ ਟਰੱਕਾਂ ਵਿੱਚ ਲਦਵਾ ਕੇ ਕਾਗਜ਼ ਪੱਤਰ ਤੇ ਬੇਟੀਆਂ ਬਣਵਾ ਕੇ ਡਰਾਈਵਰਾਂ ਨੂੰ ਦੇ ਦਿੱਤੀਆਂ ਤੇ ਜਦੋਂ ਟਰੱਕ 40-50 ਕਿਲੋਮੀਟਰ ਮਕਰਾਣੇ ਤੋਂ ਬਾਹਰ ਆ ਗਿਆ ਤਾਂ ਵਪਾਰੀ ਦੇ ਮਨ ਵਿੱਚ ਖਿਆਲ ਆਇਆ ਕਿ ਹੁਣ ਇਹ ਕੀ ਕਰ ਸਕਦਾ ਹੈ, ਹੁਣ ਕਿਵੇਂ ਹੇਰਾ ਫੇਰੀ ਹੋ ਸਕਦੀ ਹੈ। ਬੰਦਾ ਨਿਸ਼ਚਿੰਤ ਹੋ ਕੇ ਟਰੱਕ ਤੋਂ ਵੱਖ ਹੋ ਗਿਆ ਤੇ ਕਾਰ ਤੇ ਘਰ ਆ ਗਿਆ, ਪਰ ਜਦੋਂ ਟਰੱਕ ਦਾ ਮਾਲ ਲਾਇਆ ਤਾਂ ਸਾਰਾ ਹੀ ਹੋਰ ਹੋਇਆ। ਇਹ ਕਿ ਮਾਲਕ ਦੇ ਟਰੱਕ ਤੋਂ ਵੱਖ ਹੁੰਦਿਆਂ ਹੀ ਡਰਾਈਵਰ ਜੋ ਪਹਿਲਾਂ ਹੀ ਦੁਕਾਨ ਵਾਲਿਆਂ ਨਾਲ ਰਲਿਆ ਹੁੰਦਾ ਹੈ ਟਰੱਕ ਨੂੰ ਫਿਰ ਮੋੜ ਕੇ ਉਸੇ ਹੀ ਦੁਕਾਨ ਤੇ ਲੈ ਜਾਂਦਾ ਹੈ। ਲੱਦਣ ਦੀ ਮਜ਼ਦੂਰੀ ਸਿਰਫ 500 ਰੁਪਏ ਫੀ ਟਰੱਕ ਹੀ ਹੈ। ਇਸ ਤਰ੍ਹਾਂ ਲਾ ਕੇ ਦੁਬਾਰਾ ਲੱਦਣ ਦਾ 1000 ਰੁਪਇਆ ਖਰਚਾ ਪੈ ਗਿਆ, ਪਰ 4 ਲੱਖ ਵਾਲਾ ਟਰੱਕ 80,000 ਦੇ ਮਾਲ ਨਾਲ ਬਦਲਿਆ ਗਿਆ। ਟਰੱਕ ਡਰਾਈਵਰ ਨੂੰ ਵੀ ਉਹਦਾ ਹਿੱਸਾ ਮਿਲ ਗਿਆ। ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਹੈ ਕਿ ਬੰਦੇ ਦੇ ਆਪ ਹੀ ਇਹ ਗੱਲ ਮੰਨਣ ਵਿੱਚ ਨਹੀਂ ਆਉਂਦੀ ਕਿ ਉਸ ਨਾਲ ਕੋਈ ਧੋਖਾ ਹੋਇਆ ਹੈ, ਕਿਉਂਕਿ ਉਹ ਟਰੱਕ ਉਹ ਬਿਲਟੀਆਂ ਫਿਰ ਟਰੱਕ ਦੇ ਨਾਲ ਉਹ ਆਪ ਆਇਆ ਸੀ। ਮੰਨਣ ਵਿੱਚ ਆਵੇ ਵੀ ਕਿਵੇਂ। ਹੁਣ ਤਾਂ ਉੱਥੇ ਇੱਕ ਗੁਰਦੁਆਰਾ ਵੀ ਬਣ ਗਿਆ ਹੈ। ਸੁਣਿਆ ਹੈ ਕਿ ਉਹਦਾ ਭਾਈ ਗ੍ਰੰਥੀ ਵੀ ਦਲਾਲੀ ਕਰਦਾ ਹੈ। ਹਿਸਾਬ ਕਰਨ ਲੱਗਿਆਂ ਵੀ ਲੇਖਿਓਂ ਭੁਲੇਖਿਓਂ ਹੇਰਾ ਫੇਰੀ ਹੁੰਦੀ ਹੈ। ਹਿਸਾਬ ਬਣਾਉਣ ਵਾਲਾ ਮੁਨੀਮ ਵੀ ਨਾਲ ਰਲਿਆ ਹੁੰਦਾ ਹੈ। ਜੇ ਕਿਸੇ ਨੇ ਗਲਤੀ ਫੜ ਲਈ ਤਾਂ ਕਹਿ ਦਿੱਤਾ ਗਲਤੀ ਲੱਗ ਗਈ ਹੈ, ਜੇ ਨਾ ਫੜਿਆ ਜਾਵੇ ਤਾਂ ਟਾਂਕਾ ਲੱਗ ਗਿਆ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਕੱਟ ਪੀਸ ਮਾਲ, ਜਿਸ ਨੂੰ ਇਹ ਅੰਡਰ ਸਾਈ ਤੇ ਅੜੰਗਾ ਕਹਿੰਦੇ ਹਨ, ਅੱਗੇ ਚੰਗਾ ਤੇ ਪਿੱਛੇ ਮਾੜਾ ਲੱਗਾ ਹੁੰਦਾ ਹੈ। ਪਮਾਇਸ਼ ਕਰਨ ਵਾਲੇ ਫੀਤੇ ਵਿੱਚ ਵੀ ਗੜਬੜ ਹੁੰਦੀ ਹੈ। ਇਹ ਫੀਤੇ ਦਿੱਲੀੋਂ ਬੜੀ ਆਸਾਨੀ ਨਾਲ ਹੀ ਮਿਲ ਜਾਂਦੇ ਹਨ, ਜਲੰਧਰ ਵਿੱਚ ਵੀ ਮਿਲਦੇ ਹਨ ਤੇ ਇਸ ਗੱਲ ਬਾਰੇ ਤਾਂ ਆਮ ਆਦਮੀ ਸੋਚ ਵੀ ਨਹੀਂ ਸਕਦਾ। ਮੇਰਾ ਇੱਕ ਮਿੱਤਰ ਪੱਥਰ ਲੈਣ ਲਈ ਮੈਨੂੰ ਨਾਲ ਲੈ ਗਿਆ। ਜਦੋਂ ਪੱਥਰ ਦੀ ਪਮਾਇਸ਼ ਹੋ ਰਹੀ ਸੀ ਤਾਂ ਮੈਨੂੰ ਫੀਤੇ ਤੇ ਸ਼ੱਕ ਪਿਆ। ਉਸ ਦਿਨ ਐਤਵਾਰ ਸੀ, ਪਰ ਕਰ ਕਰਾ ਕੇ ਇੱਕ ਦੁਕਾਨ ਤੋਂ ਨਵਾਂ ਫੀਤਾ ਲੱਭ ਹੀ ਪਿਆ। ਜਦੋਂ ਮਿਣਿਆ ਤਾਂ ਦੁਕਾਨ ਵਾਲੇ ਦੇ ਫੀਤੇ ਦੇ ਪਹਿਲੇ 3 ਫੁੱਟਾਂ ਵਿੱਚ 3 ਇੰਚ ਦਾ ਫਰਕ ਨਿਕਲਿਆ। ਟਰੱਕਾਂ ਦੇ ਹਿਸਾਬ ਨਾਲ ਮਾਲ ਲਿਆ ਜਾਵੇ ਤਾਂ ਹਿਸਾਬ ਲਾਓ ਕਿੰਨੀ ਹੇਰਾ ਫੇਰੀ ਹੋਵੇਗੀ। ਮੈਂ ਹਰ ਵਾਰ ਆਪਣੇ ਨਾਲ ਆਪਣਾ ਕੈਲਕੂਲੇਟਰ ਤੇ ਆਪਣਾ ਫੀਤਾ ਲੈ ਕੇ ਜਾਂਦਾ ਰਿਹਾ। ਗੁਰੂ ਦੀ ਕਿਰਪਾ ਨਾਲ ਫੂਕ ਕੇ ਕਦਮ ਰੱਖਣ ਨਾਲ ਤੇ ਕਈ ਦੁਕਾਨਾਂ ਤੋਂ ਥੋੜਾ ਮਾਲ ਲੈਣ ਕਰਕੇ ਬਚਾਅ ਹੋ ਜਾਂਦਾ ਰਿਹਾ ਹੈ। ਫਿਰ ਮੇਰੇ ਕੋਲ ਤਾਂ ਆਪਣੀ ਹੱਕ ਹਲਾਲ ਦੀ ਕਮਾਈ ਦੇ ਪੈਸੇ ਸਨ। ਬਾਬਿਆਂ ਵਾਂਗ ਖੁੱਲਾ ਪੈਸਾ ਤਾਂ ਹੁੰਦਾ ਹੀ ਨਹੀਂ ਸੀ ਕਿ ਗੁਰੂ ਦੇ ਨਾਂ ਤੇ ਲੁਟਾ ਦਿੱਤਾ ਜਾਂਦਾ। ਕਈ ਵਾਰ ਜਿਨ੍ਹਾਂ ਨਾਲ ਹੇਰਾ ਫੇਰੀ ਹੁੰਦੀ ਹੈ
ਉਹ ਆਪ ਵੀ ਥੋੜੇ ਜਿਹੇ ਕਾਣੇ ਹੁੰਦੇ ਹਨ। ਟੈਕਸ ਬਚਾਉਣ ਕਰਕੇ ਡੂੰਗਰੀ ਦੇ ਮਾਰਬਲ ਦੀ ਥਾਂ ਸਭ ਤੋਂ ਘੱਟ ਕੀਮਤ ਵਾਲਾ ਤੇ ਸਸਤਾ ਮਾਰਬਲ ਕੁਮਾਰੀ ਲਿਖਵਾ ਲਿਆ ਜਾਂਦਾ ਹੈ। ਦੁਕਾਨਦਾਰ ਹੀ ਇਹ ਸਲਾਹ ਦਿੰਦਾ ਹੈ। ਟੈਕਸ ਬਚਣ ਦਾ ਲਾਲਚ ਖਰੀਦਦਾਰ ਨੂੰ ਵੀ ਹੁੰਦਾ ਹੈ। ਹੁਣ ਜੇ ਰੌਲਾ ਪੈ ਵੀ ਜਾਵੇ ਤਾਂ ਜੋ ਬਿਲਟੀ ਤੇ ਲਿਖਿਆ ਹੁੰਦਾ ਹੈ ਉਹ ਸਮਾਨ ਹੀ ਟਰੱਕ ਵਿੱਚ ਲੱਦਿਆ ਹੁੰਦਾ ਹੈ। ਇਹੋ ਜਿਹੇ ਕੇਸ ਦਾ ਬਣਦਾ ਵੀ ਕੁਝ ਨਹੀਂ। ਧੋਖਾ ਕਰਨ ਦਾ ਇੱਕ ਤਰੀਕਾ ਹੋਰ ਇਹ ਹੈ ਕਿ ਇੰਡਸਟਰੀਅਲ ਏਰੀਏ ਦੇ ਨੇੜੇ ਇੱਕ ਬਦਿਆਨ ਨਾਂ ਦੇ ਪਿੰਡ ਕੋਲ ਨਵੀਂ ਮਾਰਬਲ ਦੀ ਖਾਣ ਪੁੱਟੀ ਗਈ। ਇਸ ਮਾਰਬਲ ਦਾ ਰੰਗ ਥੋੜਾ ਜਿਹਾ ਭੂਰਾ ਹੈ। ਰਾਜਸਥਾਨ ਸਰਕਾਰ ਦੀ ਨਵੀਂ ਨੀਤੀ ਅਨੁਸਾਰ ਇੰਡਸਟਰੀਅਲ ਏਰੀਏ ਦੇ ਨਵੇਂ ਆਬਾਦ ਹੋਏ ਇਲਾਕੇ ਵਿੱਚ ਕੋਈ ਰਿਆਲਟੀ ਜਾਂ ਸੇਲਜ਼ ਟੈਕਸ ਨਹੀਂ ਲਿਆ ਜਾਂਦਾ। ਆਮ ਆਦਮੀ ਨੂੰ ਕਿਉਂਕਿ ਇਸ ਦਾ ਪਤਾ ਨਹੀਂ, ਇਸ ਲਈ ਸਾਰੇ ਖਰਚੇ ਗਿਣ ਕੇ ਫੀ ਟਰੱਕ 30-40 ਹਜ਼ਾਰ ਰੁਪਏ ਸੇਲ ਟੈਕਸ ਤੇ ਰਿਆਲਟੀ ਵੀ ਦੁਕਾਨਦਾਰ ਲੈ ਜਾਂਦਾ ਹੈ। ਬਾਕੀ ਸਾਰੀਆਂ ਬੇਟੀਆਂ ਵਗੈਰਾ ਦੀਆਂ ਰਸੀਦਾਂ ਦੇ ਦਿੰਦਾ ਹੈ, ਪਰ ਇਹ ਰਸੀਦਾਂ ਦੇਣ ਦੀ ਗੱਲ ਟਾਲ ਜਾਂਦਾ ਹੈ। ਇਸ ਵਿੱਚ ਵੀ ਦੁਕਾਨਦਾਰ, ਟਰਾਂਸਪੋਰਟਰ, ਮੁਨੀਮ ਤੇ ਸਰਕਾਰੀ ਮਹਿਕਮੇ ਵਾਲੇ ਰਲੇ ਹੁੰਦੇ ਹਨ ਤੇ ਇਸ ਤਰ੍ਹਾਂ ਵੀ ਧੋਖਾ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਮਕਰਾਣੇ ਤੋਂ ਕੋਈ 60 ਕਿਲੋਮੀਟਰ ਜੈਪੁਰ ਵੱਲ ਨੂੰ ਇੱਕ ਕਿਸ਼ਨਗੜ੍ਹ ਨਾਂ ਦੀ ਮਾਰਬਲ ਦੀ ਬਹੁਤ ਵੱਡੀ ਮੰਡੀ ਹੈ। ਵੱਡੀ ਸੜਕ ਦੇ ਉੱਤੇ ਹੋਣ ਕਰਕੇ ਇਹ ਮਸ਼ਹੂਰ ਵੀ ਬਹੁਤ ਹੈ। ਇੱਥੇ ਮਕਰਾਣੇ ਤੋਂ ਕਈ ਗੁਣਾ ਵੱਧ ਮਾਰਬਲ ਵਿਕਦਾ ਹੈ, ਪਰ ਇਸ ਮੰਡੀ ਦਾ ਕਰੀਬ 95% ਪੱਥਰ, ਜਿਸ ਨੂੰ ਮਾਰਬਲ ਹੀ ਕਿਹਾ ਜਾਂਦਾ ਹੈ, ਅਸਲ ਵਿੱਚ ਮਾਰਬਲ ਨਹੀਂ ਹੁੰਦਾ, ਪੱਥਰ ਹੁੰਦਾ ਹੈ। ਇਸ ਦਾ ਫਰਕ ਇਹ ਹੈ ਕਿ ਇਸ ਮੰਡੀ ਦਾ ਪੱਥਰ ਰਾਜਗੜ੍ਹ ਨਾਂ ਦੇ ਇੱਕ ਮਸ਼ਹੂਰ ਸਥਾਨ ਮੋਰਾਵੜ ਦੀਆਂ ਪਹਾੜੀਆਂ ਵਿੱਚੋਂ ਨਿਕਲਦਾ ਹੈ। ਇਹੀ ਦੋਵਾਂ ਦਾ ਫਰਕ ਹੈ। ਇਹ ਪਹਾੜੀਆਂ ਨੂੰ ਤੋੜ ਕੇ ਕੱਢਿਆ ਜਾਂਦਾ ਹੈ, ਅਰਥਾਤ ਜ਼ਮੀਨ ਦੇ ਉੱਪਰੋਂ ਨਿਕਲਦਾ ਹੈ, ਜਦੋਂ ਕਿ ਮਕਰਾਣੇ ਦਾ ਮਾਰਬਲ ਜ਼ਮੀਨ ਪੁੱਟ ਕੇ ਖਾਣ ਵਾਂਗ ਜ਼ਮੀਨ ਦੇ ਥੱਲਿਓਂ ਕੱਢਿਆ ਜਾਂਦਾ ਹੈ। ਪੱਥਰ ਤੇ ਮਾਰਬਲ ਦਾ ਪਤਾ ਲਾਉਣਾ ਹੋਵੇ ਤਾਂ ਪੱਥਰ ਤੇ ਕੋਈ ਵੀ ਪੀਣ ਵਾਲਾ ਪਦਾਰਥ ਜਿਵੇਂ ਕੋਕਾ ਕੋਲਾ, ਪੈਪਸੀ, ਲਿਮਕਾ ਆਦਿ ਡੋਲ ਦਿੱਤਾ ਜਾਵੇ ਤੇ ਉੱਤੇ ਨਿੰਬੂ ਨਿਚੋੜ ਦਿੱਤਾ ਜਾਵੇ। ਪੂੰਝਣ ਤੇ ਜੇ ਪੀਲਾ ਹੋ ਗਿਆ ਤਾਂ ਸਮਝੋ ਪੱਥਰ ਹੈ। ਜਿੱਥੋਂ ਇਹ ਪੱਥਰ ਕੱਢਿਆ ਜਾਂਦਾ ਹੈ ਤੇ ਜਿੱਥੇ ਲਿਆ ਕੇ ਵੇਚਿਆ ਜਾਂਦਾ ਹੈ, ਇਸ ਦਾ ਫਾਸਲਾ 200 ਕਿਲੋਮੀਟਰ ਦਾ ਹੈ। ਅਸਲ ਵਿੱਚ ਇਸ ਸਾਰੇ ਪੱਥਰ ਦਾ ਏਕਾ ਅਧਿਕਾਰ ਇੱਕ ਆਰ.ਕੇ. ਮਾਰਬਲ ਨਾਂ ਦੀ ਫਰਮ ਕੋਲ ਹੈ। ਇਹੀ ਸਾਰੇ ਦੁਕਾਨਦਾਰਾਂ ਨੂੰ ਪੱਥਰ ਅਲਾਟ ਕਰਦੇ ਹਨ। ਇਹਨਾਂ ਦਾ ਮੁੱਖ ਦਫ਼ਤਰ ਕਿਸ਼ਨਗੜ੍ਹ ਵਿੱਚ ਹੈ ਤੇ ਇਹਨਾਂ ਦੇ ਦਫ਼ਤਰ ਦੀ ਇਮਾਰਤ ਤੇ 4 ਕਰੋੜ ਰੁਪਇਆ ਲੱਗ ਚੁੱਕਾ ਹੈ ਤੇ ਅਜੇ ਇਸ ਦੀ ਸਾਜ ਸਜਾਵਟ ਤੇ ਕਹਿੰਦੇ ਹਨ ਕਿ 3 ਕਰੋੜ ਰੁਪਏ ਹੋਰ ਲੱਗਣੇ ਹਨ। ਬਾਕੀ ਸਾਰੇ ਦੁਕਾਨਦਾਰ ਇੱਕ ਤਰ੍ਹਾਂ ਨਾਲ ਇਹਨਾਂ ਦੇ ਏਜੰਸੀ ਹੋਲਡਰ ਹਨ। ਪੱਥਰ ਦੀ ਸਲੈਬ ਦੀ ਮੋਟਾਈ 6 ਸੂਤ ਅਰਥਾਤ 3/4 ਹੁੰਦੀ ਹੈ, ਪਰ ਅੱਜ ਕੱਲ੍ਹ 5 ਸੂਤ ਵੀ ਚੀਰਨ ਲੱਗ ਪਏ ਹਨ। ਚਰਾਈ ਵੀ 2 ਤਰ੍ਹਾਂ ਦੀ ਹੁੰਦੀ ਹੈ, ਇੱਕ ਸਧਾਰਨ ਬਲੇਟਾਂ ਨਾਲ ਤੇ ਦੂਸਰੀ ਹੀਰੇ ਦੇ ਟਿਪ ਵਾਲੇ ਬਲੇਟਾਂ ਨਾਲ। ਉਪਰੋਕਤ ਲਿਖੀ ਸਾਰੀ ਬਕ-ਬਕ ਤੋਂ ਕਹਿਣ ਦਾ ਮਤਲਬ ਸਿਰਫ ਇਹੀ ਹੈ ਕਿ ਇਹ ਇੱਕ ਬਹੁਤ ਵੱਡਾ ਜਾਲ ਹੈ ਤੇ ਹਰ ਥਾਂ ਧੋਖਾ ਹੋਣ ਦਾ ਡਰ ਹੈ। ਅਨਪੜ੍ਹ ਆਦਮੀ ਦੇ ਵੱਸ ਦਾ ਇਹ ਕੰਮ ਨਹੀਂ। ਹੁਣ ਮੈਂ ਇਹ ਦੱਸਦਾ ਹਾਂ ਕਿ ਕਿੰਨੇ ਸਾਧ ਉੱਥੇ ਪੱਥਰ ਲੈਣ ਗਏ, ਲੁੱਟੇ ਪੁੱਟੇ ਗਏ ਹਨ, ਪਰ ਸ਼ਰਮ ਦੇ ਮਾਰੇ ਇਹਨਾਂ ਨੇ ਇੱਥੇ ਆ ਕੇ ਕਿਸੇ ਕੋਲ ਧੂੰ ਨਹੀਂ ਕੱਢਿਆ ਤੇ ਨੁਕਸਾਨ ਜਰ ਲਿਆ। ਕਈਆਂ ਸਾਧਾਂ ਨੇ ਉੱਥੋਂ ਦੇ ਥਾਣੇ ਵਿੱਚ ਦੁਕਾਨਦਾਰਾਂ ਦੇ ਖਿਲਾਫ ਰਿਪੋਰਟਾਂ ਵੀ ਲਿਖਵਾਈਆਂ ਹਨ। ਉਹਨਾਂ ਫਰਮਾਂ ਨੂੰ ਬਲੈਕ ਲਿਸਟ ਕੀਤਾ ਗਿਆ ਹੈ ਅਤੇ ਉਹਨਾਂ ਦੇ ਖਿਲਾਫ ਪੁਲਿਸ ਨੇ ਵੱਖ-ਵੱਖ ਥਾਣਿਆਂ ਵਿੱਚ ਧੋਖਾਧੜੀ ਦੇ ਕੇਸ ਦਰਜ ਕੀਤੇ ਹਨ, ਪਰ ਫਿਰ ਵੀ ਨਵੇਂ ਆਉਣ ਵਾਲੇ ਲੋਕ ਫਸ ਜਾਂਦੇ ਹਨ। ਇਸ ਲਈ ਇਹ ਸਾਧ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਨਾਲ ਕਦੀ ਕਿਸੇ ਨੇ ਧੋਖਾ ਨਹੀਂ ਕੀਤਾ। ਇਹਨਾਂ ਦੁਕਾਨਦਾਰਾਂ ਦੇ ਠੱਗੀ ਦੇ ਢੰਗ ਵੀ ਵੱਖਰੇ ਵੱਖਰੇ ਹਨ। ਕੋਈ ਕਹਿੰਦਾ ਹੈ ਮੈਂ ਇਹ ਕੰਮ ਹੀ ਬੰਦ ਕਰ ਦਿੱਤਾ ਹੈ ਤੇ ਮਾਲ ਵੇਚ ਕੇ ਵਿਹਲਾ ਹੋਣਾ ਚਾਹੁੰਦਾ। ਕੋਈ ਕਹਿੰਦਾ ਹੈ ਤਿਉਹਾਰ ਸਿਰ ਤੇ ਆ ਗਿਆ ਹੈ ਤੇ ਮਜ਼ਦੂਰਾਂ ਨੂੰ ਪੈਸੇ ਦੇਣੇ ਹਨ, ਇੱਜ਼ਤ ਬਚਾਉਣ ਲਈ ਸਸਤਾ ਵੇਚ ਰਿਹਾ ਹਾਂ। ਕੋਈ ਇੱਕ ਸਾਹ 20 ਸਹੁੰਆਂ ਖਾਂਦਾ ਹੈ, ਕਸਮ ਹੈ ਧੰਦੇ ਦੀ, ਇਹ ਆਮ ਗੱਲ ਹੈ। ਮੇਰੇ ਕੋਲ ਵੀ ਇੱਕ ਦੁਕਾਨਦਾਰ ਨੇ ਬੜੀਆਂ ਸਹੁੰਆਂ ਖਾਧੀਆਂ, ਪਰ ਮੈਂ ਕੋਈ ਧਿਆਨ ਨਾ ਦਿੱਤਾ ਤਾਂ ਉਸਨੇ ਕਿਹਾ ਕਿ ਮੈਂ ਇੰਨੀਆਂ ਕਸਮਾਂ ਖਾਧੀਆਂ ਹਨ, ਤੁਸੀਂ ਮੇਰੀ ਗੱਲ ਕਿਉਂ ਨਹੀਂ ਮੰਨਦੇ? ਮੈਂ ਕਿਹਾ ਚੋਰਾਂ, ਯਾਰਾਂ, ਆਸ਼ਕਾਂ, ਕਸਮਾਂ ਨਾਲ ਵਿਹਾਰ। ਕਸਮਾਂ ਖਾਣੀਆਂ ਤਾਂ ਤੁਹਾਡਾ ਧੰਦਾ ਹੈ, ਪਰ ਇਹੀ ਕਸਮਾਂ ਜਦੋਂ ਇਹ ਸਾਧ ਸੰਤਾਂ ਅੱਗੇ ਖਾਂਦੇ ਹਨ ਤਾਂ ਇਹ ਉਹਨਾਂ ਦੇ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ। ਦੂਜੀ ਗੱਲ ਇਹ ਕਿ ਸੰਗਤਾਂ ਦਾ ਪੈਸਾ ਹੁੰਦਾ ਹੈ ਤੇ ਇਹਨਾਂ ਦੇ ਚੋਲੇ ਦੇ ਦੋਹੀਂ ਪਾਸੀਂ ਬੋਝੇ ਇੰਨੇ ਵੱਡੇ ਹੁੰਦੇ ਹਨ
ਕਿ 4-5 ਸਾਲ ਦਾ ਨਿਆਣਾ ਬੋਝੇ ਵਿੱਚ ਪਾ ਲੈਣ ਤਾਂ ਵੀ ਪਤਾ ਨਾ ਲੱਗੇ। ਹਿਸਾਬ ਲਾਓ ਨੋਟ ਕਿੰਨੇ ਪਾ ਕੇ ਖੜਦੇ ਹੋਣਗੇ। ਮਾਲੇ ਮੁਫਤ ਦਿਲੇ ਬੇਰਹਿਮ। ਤੇ ਜਿਵੇਂ ਕਿਹਾ ਜਾਂਦਾ ਹੈ ਕਿ ਲక్ష్ਮੀ ਸਰਸਵਤੀ ਨੂੰ ਵੀ ਲੱਤ ਮਾਰਨ ਦੀ ਸਮਰੱਥਾ ਰੱਖਦੀ ਹੈ। ਨਹੀਂ ਤਾਂ ਜੇ ਇਹਨਾਂ ਅਨਪੜ੍ਹ ਸਿੱਖਾਂ ਦੀ ਮਾਨਸਿਕ ਉਮਰ, ਜਿਸ ਨੂੰ IQ ਕਿਹਾ ਜਾਂਦਾ ਹੈ, ਦੇ ਹਿਸਾਬ ਨਾਲ ਵੇਖੀਏ ਤਾਂ ਇਹ 12-13 ਸਾਲ ਦੇ ਬੱਚੇ ਤੋਂ ਵੱਧ ਨਹੀਂ ਹੋ ਸਕਦੀ। ਆਪ ਭਾਵੇਂ ਇਹ 80 ਸਾਲ ਦੇ ਵੀ ਕਿਉਂ ਨਾ ਹੋਣ। ਉਪਰੋਕਤ ਫਰਮਾਂ ਦੇ ਖਿਲਾਫ ਪੰਜਾਬ ਦੇ ਸਾਧਾਂ ਨੇ ਹੀ ਪੁਲਿਸ ਵਿੱਚ ਰਿਪੋਰਟਾਂ ਲਿਖਵਾਈਆਂ ਹਨ ਕਿ ਸਾਨੂੰ ਇਹਨਾਂ ਨੇ ਕੀ ਝਾਂਸਾ ਦੇ ਕੇ ਠੱਗਿਆ ਹੈ। ਇਹ ਸਾਰੀਆਂ ਗੱਲਾਂ ਮੈਂ ਉਹਨਾਂ ਰਿਪੋਰਟਾਂ ਦੇ ਆਧਾਰ ਤੇ ਹੀ ਲਿਖੀਆਂ ਹਨ। ਇੰਨੇ ਵਰਕੇ ਕਾਲੇ ਕਰਨ ਦਾ ਮਤਲਬ ਸਿਰਫ ਇੰਨਾ ਹੀ ਸੀ ਕਿ ਪੜ੍ਹਨ ਵਾਲੇ ਨੂੰ ਪਤਾ ਲੱਗ ਜਾਵੇ ਕਿ ਸੰਗਤ ਦੇ ਪੈਸੇ ਨੂੰ ਇਹ ਸਾਧ ਕਿਵੇਂ ਤੰਗਲੀ ਲਾਉਂਦੇ ਹਨ। ਇਹਨਾਂ ਅਨਪੜ੍ਹ ਸਾਧਾਂ ਨੇ ਇਮਾਰਤਾਂ ਤਾਂ ਬਣਾਈਆਂ ਹਨ, ਪਰ ਉਹਨਾਂ ਤੇ ਖਰਚਾ ਤਿੱਗਣਾ ਚੌਗਣਾ ਜਾਂ ਉਸ ਤੋਂ ਵੀ ਵੱਧ ਕੀਤਾ ਹੈ। ਪੰਜਾਬ ਦੇ ਇੱਕ ਬਹੁਤ ਵੱਡੇ ਡੇਰੇ ਵਾਲਿਆਂ ਨੇ, ਜਿਨ੍ਹਾਂ ਦਾ ਪਿਛਲੇ ਸੰਘਰਸ਼ ਦੇ ਸਮੇਂ ਵਿੱਚ ਬੜਾ ਨਾਮ ਰਿਹਾ ਹੈ, ਰੇਲ ਗੱਡੀ ਦੇ ਪੂਰੇ 3 ਡੱਬੇ ਕਈ ਟਨ ਸਾਗਵਾਨ ਦੀ ਲੱਕੜ ਲਿਆਂਦੀ। ਜਦੋਂ ਡੇਰੇ ਤੇ ਲੱਕੜ ਲਾਹੀ ਗਈ ਤਾਂ ਕਿਸੇ ਅਨਪੜ੍ਹ ਸੇਵਕ ਨੇ ਕਿਹਾ, ਬਾਬਾ ਜੀ ਇਹਨੂੰ ਕਿਤੇ ਗੋਹੇ ਵਿੱਚ ਨੱਪ ਦਈਏ ਤਾਂ ਲੱਕੜ ਨਿਰੀ ਸੋਨਾ ਬਣ ਜਾਵੇਗੀ। ਫਿਰ ਇਹਨੂੰ ਨਾ ਘੁਣ, ਨਾ ਮੱਖੀ ਤੇ ਨਾ ਵਿੰਗੀ ਹੋਣ ਦਾ ਡਰ। ਬਾਬਾ ਜੀ ਨੇ ਵੀ ਸੁਣਿਆ ਹੋਇਆ ਸੀ ਕਿ ਟਾਹਲੀ ਦੀ ਲੱਕੜ ਗਿੱਲੀ ਵੱਢ ਕੇ ਛੱਪੜ ਵਿੱਚ ਸੁੱਟ ਦਿੱਤੀ ਜਾਵੇ ਤਾਂ ਉਹ ਬਹੁਤ ਵਧੀਆ ਬਣ ਜਾਂਦੀ ਹੈ ਤੇ ਪੱਲੇ ਤੇ ਦਰਵਾਜ਼ੇ ਵਗੈਰਾ ਬਣਾਇਆ ਵਿੰਗੇ ਟੇਢੇ ਨਹੀਂ ਹੁੰਦੇ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਲੂਣ ਵਰਗੀ ਪਹਿਲਾਂ ਹੀ ਸੁੱਕੀ ਹੋਈ ਸਾਗਵਾਨ ਗੋਹੇ ਵਿੱਚ ਨੱਪਿਆਂ ਗਲ ਕੇ ਪੂੜਾ ਬਣ ਜਾਵੇਗੀ। ਉਸੇ ਵੇਲੇ ਹੀ ਬਾਬਾ ਜੀ ਦੇ ਹੁਕਮ ਦੀ ਤਾਮੀਲ ਹੋਈ ਤੇ 6 ਮਹੀਨੇ ਬਾਅਦ ਜਦੋਂ ਲੱਕੜ ਗੋਹੇ ਵਿੱਚੋਂ ਬਾਹਰ ਕੱਢੀ ਗਈ ਤਾਂ ਉਹ ਵੀ ਗੋਹਾ ਹੀ ਬਣ ਚੁੱਕੀ ਸੀ। ਬਾਅਦ ਵਿੱਚ ਹੋਰ ਸਾਗਵਾਨ ਮੰਗਵਾ ਕੇ ਇਮਾਰਤ ਨੂੰ ਲਾਈ ਗਈ। ਇਸੇ ਤਰ੍ਹਾਂ ਹੀ ਮੇਰੇ ਇੱਕ ਕਾਰਖਾਨੇਦਾਰ ਮਿੱਤਰ ਨੇ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਨਾਲ ਮੇਰਾ ਮਾਲ ਚੰਗੇ ਭਾਅ ਵਿਕ ਗਿਆ ਹੈ ਤੇ ਮੈਂ ਦਸਵੰਧ ਕੱਢਣਾ ਚਾਹੁੰਦਾ ਹਾਂ। ਤੁਸੀਂ ਦੱਸੋ ਦਸਵੰਧ ਕਿੱਥੇ ਦਿਆਂ? ਮੈਂ ਉਸ ਨੂੰ ਕਿਹਾ, ਮੈਥੇ ਹਸਪਤਾਲ ਬਣ ਰਿਹਾ ਹੈ, ਉੱਥੇ ਸੀਮਟ ਤੇ ਸਰੀਏ ਦੀ ਲੋੜ ਹੈ। ਮਨੁੱਖਤਾ ਦੇ ਭਲੇ ਲਈ ਹਸਪਤਾਲ ਬਣ ਰਿਹਾ ਹੈ, ਇਸ ਤੋਂ ਚੰਗਾ ਥਾਂ ਹੋਰ ਕਿਹੜਾ ਹੋਵੇਗਾ। ਉਹ ਮੰਨ ਗਿਆ ਤੇ 1 ਟਰੱਕ ਸੀਮਟ ਤੇ 1 ਟਰੱਕ ਸਰੀਆ ਲੈ ਕੇ ਅਸੀਂ ਦੇਣ ਲਈ ਚਲੇ ਗਏ। ਟਰੱਕ ਲੈਂਦਿਆਂ ਕਰਦਿਆਂ ਨੂੰ ਸਾਡੇ ਡੇਰੇ ਦੇ ਵਾਕਫ ਮਿੱਤਰ ਚਾਹ ਪਿਉਣ ਸਾਨੂੰ ਲੰਗਰ ਦੇ ਪਰਲੇ ਪਾਸੇ ਨਵੇਂ ਬਣੇ ਕਮਰਿਆਂ ਵਿੱਚ ਲੈ ਗਏ। ਚਾਹ ਪੀ ਰਹੇ ਸਾਂ ਕਿ ਮੇਰੇ ਸ਼ਰਧਾਲੂ ਮਿੱਤਰ ਦੀ ਨਜ਼ਰ 15-15 ਫੁੱਟ ਲੰਮੇ ਤੇ ਬਹੁਤ ਮੋਟੇ ਟਾਹਲੀ ਦੇ ਮੋਛਿਆਂ ਤੇ ਪਈ। ਉਹ ਟਾਹਲੀਆਂ ਕਿਤੇ ਅੰਗਰੇਜ਼ਾਂ ਦੇ ਵੇਲੇ ਤੋਂ ਵੀ ਪਹਿਲਾਂ ਦੀਆਂ ਲੱਗੀਆਂ ਹੋਈਆਂ ਸਨ ਤੇ ਇੰਨੇ ਲਪੇਟੇ ਦੀਆਂ ਸਨ ਕਿ 5 ਫੁੱਟ ਜ਼ਮੀਨ ਤੋਂ ਉੱਚੀਆਂ ਸਨ। ਇੰਜਣ ਨਾਲ ਲੱਗੇ ਚੇਨ ਵਾਲੇ ਆਰੇ ਨਾਲ ਉਹਨਾਂ ਨੂੰ ਚੀਰਿਆ ਜਾ ਰਿਹਾ ਸੀ ਤੇ ਜਿਵੇਂ ਖੀਰੇ ਦੇ ਸਲਾਦ ਲਈ ਗੋਲ ਡੱਕਰੇ ਕਰੀਦੇ ਹਨ, ਇਸੇ ਤਰ੍ਹਾਂ ਦੇ ਡੱਕਰੇ 3-3 4-4 ਬੰਦੇ ਚੁੱਕ ਕੇ ਵੱਡੇ ਆਰੇ ਤੇ ਲਈ ਜਾਂਦੇ ਸਨ ਤੇ ਚੀਰ ਕੇ ਲੋਹ ਥੱਲੇ ਡਾਉਣ ਲਈ ਡੱਕ ਜੇ ਬਣਾਈ ਜਾ ਰਹੇ ਸਨ। ਇਹ ਵੇਖ ਕੇ ਮੇਰੇ ਕਾਰਖਾਨੇਦਾਰ ਮਿੱਤਰ ਦਾ ਦਿਲ ਘਟਣ ਲੱਗ ਪਿਆ ਤੇ ਉਸਨੇ ਮੈਨੂੰ ਕਿਹਾ, ਇਹਨਾਂ ਨੂੰ ਆਖੋ ਇਸ ਆਬਨੂਸ ਦੀ ਲੱਕੜ ਕਾਲੇ ਰੰਗ ਦੀ ਇੰਨੀ ਭਾਰੀ ਹੁੰਦੀ ਹੈ ਕਿ ਪਾਣੀ ਵਿੱਚ ਡੁੱਬ ਜਾਂਦੀ ਹੈ। ਫਤਿਹਪੁਰ ਸੀਕਰੀ ਵਿੱਚ ਦਰਵੇਸ਼ ਫਕੀਰ ਸਲੀਮ ਚਿਸ਼ਤੀ ਦੀ ਦਰਗਾਹ ਦੇ ਦਰਵਾਜ਼ੇ ਇਸ ਲੱਕੜ ਦੇ ਹਨ। ਅਕਬਰ ਦੇ ਪੁੱਤ ਦਾ ਨਾਮ ਸਲੀਮ ਚਿਸ਼ਤੀ ਦੇ ਨਾਮ ਤੇ ਹੀ ਸਲੀਮ ਰੱਖਿਆ ਗਿਆ ਸੀ। ਵਰਗੀ ਕਾਲੀ ਟਾਹਲੀ ਦਾ ਸਤਿਆਨਾਸ਼ ਨਾ ਕਰਨ ਤੇ ਇਹ ਟਾਹਲੀ ਮੈਨੂੰ ਦੇ ਦੇਣ ਤੇ ਮੇਰੇ ਕੋਲੋਂ 4 ਗੁਣਾ ਬਾਲਣ ਇਸ ਟਾਹਲੀ ਵੱਟੇ ਤੋਲ ਕੇ ਲੈ ਲੈਣ। ਕਹਿ ਸੁਣ ਕੇ ਮੈਂ ਕੰਮ ਤਾਂ ਬੰਦ ਕਰਵਾ ਦਿੱਤਾ, ਪਰ ਬਾਰ-ਬਾਰ ਬੇਨਤੀਆਂ ਕਰਨ ਤੇ ਵੀ ਉਹਨਾਂ ਨੇ 4 ਗੁਣਾ ਬਾਲਣ ਲੈਣਾ ਮਨਜ਼ੂਰ ਨਾ ਕੀਤਾ ਤੇ ਕਿਹਾ ਕਿ ਟਾਹਲੀ ਦਾ ਇੰਨਾ ਤਾਅ ਹੁੰਦਾ ਹੈ ਕਿ ਹੋਰ ਕਿਸੇ ਲੱਕੜ ਦਾ ਬਾਲਣ ਇਸ ਤੁਲ ਹੋ ਹੀ ਨਹੀਂ ਸਕਦਾ। ਅਸਾਂ ਇਹ ਵੀ ਸੁਝਾਅ ਦਿੱਤਾ ਕਿ ਹਸਪਤਾਲ ਬਣ ਰਿਹਾ ਹੈ, ਸੈਂਕੜੇ ਕੁਇੰਟਲ ਲੱਕੜ ਦੀ ਲੋੜ ਪੈਣੀ ਹੈ, ਇਸ ਦੀਆਂ ਚੁਗਾਠਾਂ ਦਰਵਾਜ਼ੇ ਬਣਾ ਲਏ ਜਾਣ। ਪਰ ਡੇਰੇ ਦੇ ਪ੍ਰਮੁੱਖ ਨਾ ਮੰਨੇ ਤੇ ਅਸੀਂ ਵਾਪਸ ਆ ਗਏ। ਰਸਤੇ ਵਿੱਚ ਅਸਾਂ ਦੋਵਾਂ ਨੇ ਕੋਈ ਗੱਲ ਨਾ ਕੀਤੀ। ਜਦੋਂ ਮੈਂ ਸੰਤੋਖ ਸਿੰਘ ਅਲਫਾ ਰਬੜ ਇੰਡਸਟਰੀ ਵਾਲੇ ਦੇ ਮੂੰਹ ਵੱਲ ਵੇਖਿਆ ਤਾਂ ਉਸ ਦੀਆਂ ਅੱਖਾਂ ਵਿੱਚੋਂ ਅੱਥਰੂ ਵਗਣ ਨੂੰ ਕਰ ਰਹੇ ਸਨ। ਉਸ ਨੇ ਮੈਨੂੰ ਇਹ ਵੀ ਆਖਿਆ ਕਿ ਤੁਸੀਂ ਮੇਰੇ ਸੀਮਟ ਤੇ ਲੋਹੇ ਦੇ ਟਰੱਕ ਖੂਹ ਵਿੱਚ ਸੁੱਟਵਾ ਦਿੱਤੇ ਹਨ।
ਕਾਰ ਵਿੱਚ ਆਉਂਦਿਆਂ ਆਉਂਦਿਆਂ ਹੀ ਉਸਨੇ ਭਵਿੱਖਬਾਣੀ ਕੀਤੀ ਕਿ ਅਵਲ ਤਾਂ ਇਹ ਹਸਪਤਾਲ ਬਣ ਹੀ ਨਹੀਂ ਸਕਦਾ, ਜੇ ਬਣ ਗਿਆ ਤਾਂ ਚੱਲ ਨਹੀਂ ਸਕਦਾ, ਕਿਉਂਕਿ ਇਹੋ ਜਿਹੇ ਗਾਫਲ ਲੋਕ ਅਕਲਮੰਦੀ ਦਾ ਕੰਮ ਕਰ ਹੀ ਨਹੀਂ ਸਕਦੇ। ਹਸਪਤਾਲ ਬਣਾਉਣਾ ਅਤੇ ਚਲਾਉਣਾ ਅਕਲਬੰਦੀ ਨਾਲ ਸੰਬੰਧਿਤ ਹੈ, ਪਰ ਮੈਂ ਵੇਖਿਆ ਹੈ ਕਿ ਇੱਥੇ ਅਨਪੜ੍ਹਤਾ ਦਾ ਜ਼ਿਆਦਾ ਬੋਲਬਾਲਾ ਹੈ, ਇਸ ਲਈ ਹਸਪਤਾਲ ਬਣਨਾ ਤੇ ਚੱਲਣਾ ਨਾਮੁਮਕਿਨ ਹੈ। ਸੱਚਮੁੱਚ ਉਹੋ ਹੀ ਗੱਲ ਹੋਈ। ਹੁਣ ਹਸਪਤਾਲ ਦੀ ਥਾਂ ਸਕੂਲ ਬਣਿਆ ਹੈ। ਕਹਿੰਦੇ ਹਨ ਜਦੋਂ ਅੰਗਰੇਜ਼ਾਂ ਨੇ ਭਾਰਤ ਨੂੰ ਆਜ਼ਾਦ ਕਰਨਾ ਮੰਨ ਲਿਆ ਤਾਂ ਉਸ ਵੇਲੇ ਦੇ ਗਵਰਨਰ ਜਨਰਲ ਲਾਰਡ ਮਾਊਂਟਬੈਟਨ ਦੇ ਕੋਲ ਕੁਝ ਸੱਜਣ ਬੈਠੇ ਸਨ, ਜਿਨ੍ਹਾਂ ਵਿੱਚ ਪਾਕਿਸਤਾਨ ਦੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਵੀ ਸਨ। ਗੱਲਾਂ ਕਰਦਿਆਂ ਕਰਦਿਆਂ ਲਾਰਡ ਮਾਊਂਟਬੈਟਨ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਜਿਨਾਹ ਸਾਹਿਬ ਨੇ ਪੁੱਛਿਆ, ਯੂਅਰ ਐਕਸਲੈਂਸੀ, ਆਪ ਨੂੰ ਭਾਰਤ ਛੱਡਣ ਦਾ ਬਹੁਤ ਦੁੱਖ ਹੋਇਆ ਹੈ? ਉਸਨੇ ਕਿਹਾ, ਨਹੀਂ ਜਨਾਬ, ਇਸ ਮੁਲਕ ਨੂੰ ਆਜ਼ਾਦ ਕਰ ਦੇਣਾ ਸਾਡੀ ਬਹੁਤ ਸਾਲ ਪਹਿਲਾਂ ਦੀ ਬਣੀ ਹੋਈ ਨੀਤੀ ਅਨੁਸਾਰ ਤੈਅਸ਼ੁਦਾ ਹੈ, ਇਸ ਲਈ ਛੱਡਣ ਦਾ ਅਫਸੋਸ ਕਾਹਦਾ? ਅਫਸੋਸ ਤਾਂ ਇਹ ਹੈ ਕਿ ਇਸ ਮਹਿਲ ਦੀਆਂ ਫਰਸ਼ਾਂ ਤੇ ਵਿਛੇ ਕਾਲੀਨ ਹਿੰਦੁਸਤਾਨੀਆਂ ਨੇ ਤੇਲ ਡੋਲ ਡੋਲ ਕੇ ਗੰਦੇ ਕਰ ਦੇਣੇ ਹਨ, ਕਿਉਂਕਿ ਇਹ ਹਰ ਵੇਲੇ ਹੱਥ ਵਿੱਚ ਤੇਲ ਦੀ ਸ਼ੀਸ਼ੀ ਫੜੀ ਰੱਖਦੇ ਹਨ। ਕਦੇ ਮਾਲਿਸ਼ ਕਰਨ ਲੱਗ ਪੈਂਦੇ ਹਨ, ਕਦੇ ਸਿਰ ਨੂੰ ਲਾਉਣ ਲੱਗ ਪੈਂਦੇ ਹਨ, ਹੋਰ ਨਹੀਂ ਤਾਂ ਕੰਨਾਂ ਵਿੱਚ ਹੀ ਪਾਉਣ ਲੱਗ ਪੈਂਦੇ ਹਨ। ਇਹ ਸੋਚ ਕੇ ਹੀ ਮੇਰਾ ਮਨ ਡਹਿਲ ਜਾਂਦਾ ਹੈ, ਹੋਰ ਕੋਈ ਗੱਲ ਨਹੀਂ। ਸੰਤੋਖ ਸਿੰਘ ਨੂੰ ਕਈ ਵਾਰ ਉਸ ਤੋਂ ਬਾਅਦ ਵੀ ਮੈਂ ਉਸ ਟਾਹਲੀ ਦਾ ਅਫਸੋਸ ਕਰਦਿਆਂ ਸੁਣਿਆ ਹੈ। ਇੱਕ ਵਾਰ ਗੁਰਦੁਆਰੇ ਵਿੱਚ ਮੈਂ ਆਪ ਵੇਖਿਆ, ਭਾਈ ਜੀ ਨੇ ਮਹਾਰਾਜ ਦੇ ਸੁਖਾਸਣ ਵਾਲੇ ਕਮਰੇ ਵਿੱਚ ਪਾਣੀ ਦੀ ਗੜਵੀ ਤੇ ਗਲਾਸ ਰੱਖਿਆ। ਮੇਰੇ ਪੁੱਛਣ ਤੇ ਉਹਨਾਂ ਕਿਹਾ, ਰਾਤ ਨੂੰ ਪਿਆਸ ਲੱਗ ਹੀ ਜਾਂਦੀ ਹੈ, ਆਪਾਂ ਪ੍ਰਗਟ ਗੁਰਾਂ ਦੀ ਦੇਹ ਜੋ ਮੰਨਦੇ ਹਾਂ। ਸਵੇਰੇ 3 ਵਜੇ ਉੱਠ ਕੇ ਉਸਨੇ ਇਸ਼ਨਾਨ ਕੀਤਾ ਤੇ ਦਾਤਣ ਤੇ ਪਾਣੀ ਅੰਦਰ ਰੱਖ ਕੇ ਆਇਆ। ਦੂਜੀ ਵਾਰ ਮੈਂ ਉਸ ਨੂੰ ਇਹ ਨਹੀਂ ਪੁੱਛਿਆ ਕਿ ਦਾਤਣ ਅੰਦਰ ਕਿਉਂ ਰੱਖੀ ਹੈ, ਕਿਉਂਕਿ ਉਸਨੇ ਉਹ ਜਵਾਬ ਦੇਣਾ ਸੀ ਜਿਹੜਾ ਪਾਣੀ ਰੱਖਣ ਵੇਲੇ ਦਿੱਤਾ ਸੀ। ਬਹੁਤ ਥਾਵਾਂ ਤੇ ਲੋਕ ਘਰਾਂ ਵਿੱਚ ਮਹਾਰਾਜ ਦੇ ਸਰੂਪ ਦਾ ਪ੍ਰਕਾਸ਼ ਕਰਦੇ ਹਨ। ਇੱਕ ਵਾਰ ਇੱਕ ਘਰ ਵਿੱਚ 14-15 ਸਾਲ ਦੀ ਕੁੜੀ ਨੂੰ ਉਹਦੇ ਪਿਓ ਨੇ, ਜੋ ਕਿੱਤੇ ਵਜੋਂ ਇੰਜੀਨੀਅਰ ਹਨ ਤੇ ਚੰਡੀਗੜ੍ਹ ਹੀ ਲੱਗੇ ਹੋਏ ਹਨ, ਇਸ ਕਰਕੇ ਸਵੇਰੇ ਸਵੇਰੇ 2 ਕਰਾਰੀਆਂ ਚਪੇੜਾਂ ਮਾਰੀਆਂ ਕਿ ਉਸਨੇ ਭੋਗ ਲਵਾਏ ਤੋਂ ਬਿਨਾਂ ਚਾਹ ਜੂਠੀ ਕਿਉਂ ਕੀਤੀ। ਕਹਿੰਦੇ ਹਨ ਨਾਨਕਸਰ ਕਲੇਰਾਂ ਵਾਲੇ ਸਤਿਕਾਰਯੋਗ ਬਾਬਾ ਆਨੰਦ ਸਿੰਘ ਜੀ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਸਿਰ ਤੇ ਚੁੱਕ ਕੇ ਸੈਰ ਕਰਵਾਇਆ ਕਰਦੇ ਸਨ। ਉਹ ਕਹਿੰਦੇ ਸਨ, ਸਾਰਾ ਦਿਨ ਬੈਠਿਆਂ ਦੀਆਂ ਲੱਤਾਂ ਜੁੜ ਜਾਂਦੀਆਂ ਹਨ, ਸੈਰ ਜ਼ਰੂਰੀ ਹੈ। ਉਹਨਾਂ ਦੇ ਸੇਵਕ ਇਹ ਗੱਲ ਵੀ ਬੜੇ ਫਖਰ ਨਾਲ ਦੱਸਦੇ ਹਨ ਕਿ ਗੁਰੂ ਨਾਨਕ ਜੀ ਨੇ 2 ਵਾਰ ਮਨੁੱਖਾ ਦੇਹੀ ਵਿੱਚ ਆ ਕੇ ਬਾਬਾ ਜੀ ਪਾਸੋਂ ਪ੍ਰਸ਼ਾਦ ਛਕਿਆ ਤੇ ਪਾਣੀ ਵੀ ਪੀਤਾ ਸੀ। ਨਾਨਕਸਰ ਵਾਲਿਆਂ ਨੇ ਇੱਕ ਵਾਰ ਸੰਪਟ ਪਾਠ ਰੱਖਿਆ। ਸਮਾਪਤੀ ਤੋਂ ਬਾਅਦ ਜਦੋਂ ਵਾਕ ਲਿਆ ਤਾਂ ਇੱਕ ਗ੍ਰੰਥੀ ਨੇ ਵਾਕ ਵਾਲੇ ਥਾਂ ਕਾਗਜ਼ ਦਾ ਟੁਕੜਾ ਵਿੱਚ ਰੱਖ ਦਿੱਤਾ ਤਾਂ ਕਿ ਘਰ ਵਾਲੇ ਜੋ ਸੰਗਤਾਂ ਦੀ ਸੇਵਾ ਵਿੱਚ ਲੱਗੇ ਹੋਏ ਸਨ, ਵਿਹਲੇ ਹੋ ਕੇ ਵਾਕ ਕੀ ਆਇਆ ਪੁੱਛਣ ਤਾਂ ਉਹ ਪੜ੍ਹ ਕੇ ਦੱਸ ਸਕੇ। ਜਦੋਂ ਇਸ ਗੱਲ ਦਾ ਪਤਾ ਵੱਡਿਆਂ ਬਾਬਿਆਂ ਨੂੰ ਲੱਗਾ ਤਾਂ ਉਹਨਾਂ ਉਸ ਗ੍ਰੰਥੀ ਦੀ ਉਹ ਕੁੱਤੇਖਾਣੀ ਕੀਤੀ ਜਿਹੜੀ ਰਹੇ ਰੱਬ ਦਾ ਨਾਮ। ਬਾਬਾ ਜੀ ਨੇ ਕਿਹਾ, ਜੇ ਤੇਰੇ ਦੰਦਾਂ ਵਿੱਚ ਟੁੱਕ ਅੜਿਆ ਹੋਵੇ ਤਾਂ ਤੈਨੂੰ ਨੀਂਦ ਆ ਜਾਊ। ਉਸ ਗ੍ਰੰਥੀ ਨੇ ਹੱਥ ਜੋੜ ਕੇ ਅਰਜ਼ ਕੀਤੀ, ਮਹਾਰਾਜ ਮੈਂ ਤਾਂ ਕਾਗਜ਼ਾਂ ਵਿੱਚ ਹੀ ਕਾਗਜ਼ ਰੱਖਿਆ ਹੈ, ਇਸ ਗੱਲ ਨੂੰ ਮਨੁੱਖਾ ਸਰੀਰ ਨਾਲ ਕਿਵੇਂ ਮਿਲਾਇਆ ਜਾ ਸਕਦਾ ਹੈ। ਪਰ ਜਦੋਂ ਸਾਰੇ ਹੀ ਬਾਬੇ ਉਸ ਨੂੰ ਪੈ ਗਏ ਤਾਂ ਉਸ ਵਿਚਾਰੇ ਨੇ ਨਮਸਤਕ ਹੋ ਕੇ ਮਾਫੀ ਮੰਗੀ, ਤਾਂ ਜਾ ਕੇ ਉਸ ਨੂੰ ਬਖਸ਼ਿਆ ਗਿਆ। ਇੱਕ ਹੋਰ ਥਾਂ ਕਿਸੇ ਦੇ ਘਰ 6 ਕੁੜੀਆਂ ਤੋਂ ਬਾਅਦ ਮੁੰਡਾ ਹੋਇਆ। ਅਖੰਡ ਪਾਠ ਸਾਹਿਬ ਕਰਵਾਏ ਗਏ। ਮੁੰਡੇ ਦੀ ਦਾਦੀ ਨੇ ਕਿਹਾ, ਲੱਗਦੇ ਹੱਥ ਨਾਮ ਹੀ ਕਢਾ ਲਾ। ਨਾਂ ਦਾ ਅੱਖਰ ਉਹ ਆਇਆ ਜਿਸ ਤੋਂ ਅੱਗੇ ਅੱਜ ਕੱਲ ਦੇ ਮਾਡਰਨ ਨਾਂ ਨਹੀਂ ਬਣਦੇ। ਘੱਗਾ, ਛੱਛਾ, ਝੱਜਾ, ਕੋਈ ਐਸਾ ਹੀ ਅੱਖਰ ਸੀ। ਘਰ ਵਾਲੇ ਬੜੇ ਪਰੇਸ਼ਾਨ ਹੋਏ। ਉਸ ਬੱਚੇ ਦੀਆਂ 6 ਭੈਣਾਂ ਨੂੰ ਭਰਾ ਦਾ ਵਧੀਆ ਜਿਹਾ ਨਾਂ ਰੱਖਣ ਦਾ ਬੜਾ ਚਾਅ ਸੀ, ਪਰ ਉਸ ਅੱਖਰ ਤੋਂ ਗੱਲ ਬਣੇ ਨਾ। ਉਧਰ ਭਾਈ ਜੀ ਆਖਣ, ਨਾਂ ਦੱਸੋ, ਅਰਦਾਸ ਕਰਨੀ ਹੈ। ਦਾਦੀ ਨੇ ਹੀ ਜਾ ਕੇ ਬੇਨਤੀ ਕੀਤੀ, ਮਹਾਰਾਜ ਨਾਮ ਔੜਦਾ ਨਹੀਂ, ਥੋੜਾ ਜਿਹਾ ਵਕਤ ਮਿਲ ਜਾਂਦਾ ਤਾਂ ਬੱਚੀਆਂ ਸੋਚ ਕੇ ਨਾਂ ਰੱਖ ਲੈਂਦੀਆਂ। ਉਸ ਬੁੱਢੀ ਦਾ ਜੋ ਹਾਲ ਉਸ ਸਾਧ ਨੇ ਕੀਤਾ ਮੈਂ ਦੱਸ ਨਹੀਂ ਸਕਦਾ। ਮੈਂ ਉਦੋਂ ਕਾਲਜ ਵਿੱਚ ਪੜ੍ਹਦਾ ਸੀ ਤੇ ਮੈਨੂੰ ਇਹੋ ਜਿਹੇ ਲੋਕਾਂ ਨਾਲ ਲੜਨਾ ਨਹੀਂ ਸੀ ਆਉਂਦਾ। ਸਾਧ ਉਹਨਾਂ ਦੇ ਪਿੰਡ ਲਾਗੇ ਦੇ ਡੇਰੇ ਦਾ ਸੀ, ਜਿਸ ਨੂੰ ਆਲੇ ਦੁਆਲੇ ਦੇ ਲੋਕ
ਬੜਾ ਜਾਰਾ ਮੰਨਦੇ ਸਨ। ਉਹ ਧਾਗੇ ਤਵੀਤ ਵੀ ਕਰਦਾ ਸੀ ਤੇ ਮੁੰਡਾ ਜੰਮਣ ਦੀ ਵੀ ਦਵਾ ਦਿੰਦਾ ਸੀ। ਉਸ ਸਾਧ ਨੇ ਸੰਗਤ ਨੂੰ ਸੰਬੋਧਨ ਕਰਕੇ ਆਖਿਆ, ਸਾਧ ਸੰਗਤ ਜੀ, ਜੇ ਇਹਨਾਂ ਨੇ ਮਹਾਰਾਜ ਦਾ ਕੱਢਿਆ ਨਾਂ ਨਹੀਂ ਸੀ ਰੱਖਣਾ ਤਾਂ ਇਹਨਾਂ ਪਹਿਲਾਂ ਆਖਿਆ ਹੀ ਕਿਉਂ ਸੀ? ਹੁਣ ਤਾਂ ਮੁੰਡੇ ਦਾ ਨਾਂ ਰੱਖਣਾ ਹੀ ਪੈਣਾ, ਨਹੀਂ ਤੇ ਮੁੰਡੇ ਨੂੰ ਜੇ ਕੋਈ ਹਰਜ ਮਰਜ ਹੋ ਗਈ ਤਾਂ ਕਸੂਰ ਇਹਨਾਂ ਘਰ ਵਾਲਿਆਂ ਦਾ ਹੀ ਹੋਣਾ ਜੇ। ਫਿਰ ਮੈਨੂੰ ਉਲਾਂਭਾ ਨਾ ਦੇ ਦਿਓ ਜੇ। ਇਹ ਗੱਲ ਸਾਰੇ ਟੱਬਰ ਨੂੰ ਬਿਜਲੀ ਦੇ 440 ਵੋਲਟ ਤੇ ਕਰੰਟ ਵਾਂਗ ਲੱਗੀ। ਇੱਥੇ ਵੀ ਪਿੰਡ ਦੇ ਇੱਕ ਬਜ਼ੁਰਗ ਫੌਜੀ ਪੈਨਸ਼ਨਰ ਦਾ ਹੀ ਖੂਨ ਖੌਲਿਆ ਤੇ ਉਸਨੇ ਉੱਠ ਕੇ ਸਾਧ ਵੱਲ ਪੰਜਾ ਕਰਕੇ ਕਿਹਾ, ਚੁੱਪ ਕਰ ਜਾ ਓਏ ਸਾਧਾ, ਇੱਕ ਲਫ਼ਜ਼ ਅੱਗੇ ਨਾ ਬੋਲੀ, ਨਹੀਂ ਤਾਂ ਮੈਥੋਂ ਬੁਰਾ ਤੈਨੂੰ ਕੋਈ ਨਹੀਂ ਲੱਭਣਾ। ਉਸ ਬਜ਼ੁਰਗ ਨੇ ਮਾਈਕ ਉੱਚਾ ਕਰਕੇ ਆਪਣੇ ਬਰਾਬਰ ਲਿਆਂਦਾ, ਫਿਰ ਗਰਜ ਕੇ ਕਿਹਾ, ਗੱਲ ਸੁਣ ਉਹ ਸਾਧਾ, ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਨੁੱਖਾ ਜਾਮੇ ਵਿੱਚ ਇੱਥੇ ਮੌਜੂਦ ਹੁੰਦੇ ਤਾਂ ਤੈਨੂੰ ਉੱਥੇ ਲੈ ਜਾਂਦੇ ਜਿੱਥੇ ਗੁੜ ਬਣ ਰਿਹਾ ਹੈ ਤੇ ਤੱਤਾ ਤੱਤਾ ਗੁੜ ਤੇਰੇ ਸਿਰ ਵਿੱਚ ਪਾਉਂਦੇ। ਉਹ ਵੀ ਤੇਰੇ ਵਰਗੇ ਹੀ ਮਸੰਦ ਸੀ ਜਿਹੜੇ ਮਿੱਟੀ ਦਾ ਤੇਲ ਪਾ ਕੇ ਲੂਹੇ ਸੀ। ਸਾਧ ਸੰਗਤ ਜੀ, ਦਾਸ ਫੌਜ ਵਿੱਚ ਗ੍ਰੰਥੀ ਵੀ ਰਿਹਾ ਹੈ। ਇਸ ਸਾਧ ਨੂੰ ਆਖੋ ਇੱਥੋਂ ਚਲਾ ਜਾਵੇ, ਨਹੀਂ ਤਾਂ ਮੈਂ ਇਸ ਸੋਟੇ ਨਾਲ ਇਹਦਾ ਲਿੰਗ ਛਾਂਗ ਦੇਣਾ ਜੀ। ਮਹਾਰਾਜ ਦੀ ਦੇਹ ਇਹਨਾਂ ਦੇ ਡੇਰੇ ਤੋਂ ਆਈ ਹੈ। ਪਿੰਡ ਦੇ ਇੱਕ ਬੰਦੇ ਨੇ ਕਿਹਾ, ਡੇਰੇ ਤੋਂ ਆਈ ਹੈ ਤਾਂ ਜਾ ਕੇ ਛੱਡ ਆਵਾਂਗੇ। ਬੀਬੀਓ, ਬੱਚੇ ਨੂੰ ਮੇਰੇ ਕੋਲ ਲਿਆਓ। ਇੱਕ ਬੀਬੀ ਨੇ ਜਦੋਂ ਬੱਚਾ ਬਾਬਾ ਜੀ ਨੂੰ ਫੜਾਇਆ ਤਾਂ ਨਾਲ ਹੀ ਉਸ ਦੀਆਂ ਭੁੱਬਾਂ ਨਿਕਲ ਗਈਆਂ। ਸਾਰੇ ਖੁਸ਼ੀ ਦੇ ਮਾਹੌਲ ਦਾ ਕਬਾੜਾ ਬਣ ਗਿਆ ਸੀ। ਸਾਰਾ ਪ੍ਰੋਗਰਾਮ ਕਚੀਰਾ ਹੋ ਗਿਆ ਸੀ। ਨਾ ਪਰਿਵਾਰ ਰੋਣ ਜੋਗਾ ਸੀ ਤੇ ਨਾ ਹੱਸਣ ਜੋਗਾ। ਬਾਬਾ ਜੀ ਨੇ ਬੱਚੇ ਦਾ ਮੂੰਹ ਚੁੰਮਿਆ, ਫਿਰ ਘਰ ਵਾਲਿਆਂ ਨੂੰ ਪੁੱਛਿਆ, ਦੱਸੋ ਕੋਈ ਹੋਰ ਨਾਂ ਜਿਹੜਾ ਤੁਹਾਨੂੰ ਪਸੰਦ ਹੋਵੇ। ਬਾਬਾ ਜੀ ਨੇ ਹੋਰ ਕਿਹਾ, ਜੇ ਚੰਗਾ ਨਾਂ ਨਹੀਂ ਸੋਚਿਆ ਜਾਂਦਾ ਤਾਂ ਅੱਜ ਕੋਈ ਜ਼ਰੂਰੀ ਨਹੀਂ, ਆਪਾਂ ਫੇਰ ਕਿਸੇ ਦਿਨ ਰੱਖ ਲਵਾਂਗੇ। ਸਤਿਗੁਰੂ ਬੱਚੇ ਦਾ ਵਾਲ ਵਿੰਗਾ ਨਹੀਂ ਹੋਣ ਦੇਊਗਾ। ਇਦਾਂ ਦੇ ਟੁੱਕੜ ਬੋਝ 3500 ਤੁਰੇ ਫਿਰਦੇ ਆ। ਭਾਈ ਵੱਲ ਬਾਂਹ ਕਰਕੇ ਉਹਨਾਂ ਕਿਹਾ। ਘਰ ਵਾਲਿਆਂ ਨੇ ਸਰਬਸੰਮਤੀ ਨਾਲ ਨਾਮ ਜਗਵਿੰਦਰ ਸਿੰਘ ਦੱਸਿਆ। ਬਾਬਾ ਜੀ ਨੇ ਅਰਦਾਸ ਕੀਤੀ, ਸਤਿਗੁਰੂ ਤੇਰਾ ਓਟ ਆਸਰਾ ਲੋਕ ਆਪਣੀ ਖੁਸ਼ੀ ਵਧਾਉਣ ਤੇ ਤੇਰੀ ਮਿਹਰ ਲੈਣ ਲਈ ਲੈਂਦੇ ਆ। ਮੈਂ ਤਾਂ ਹੁਣ ਬੁੱਢਾ ਹੋ ਗਿਆ ਹਾਂ, ਮੇਰੀ ਉਮਰ ਤਾਂ ਕੋਈ ਜ਼ਿਆਦਾ ਨਹੀਂ ਹੋਣੀ, ਪਰ ਅਸੀਂ ਸਾਰੇ ਬੁੱਢੇ ਜਿਹੜੇ ਬੋੜ ਥੱਲੇ ਬੈਠੇ ਰਹਿੰਦੇ ਹਾਂ, ਸਾਡੀ ਸਾਰਿਆਂ ਦੀ ਉਮਰ 200 ਸਾਲ ਤੋਂ ਘੱਟ ਨਹੀਂ ਹੋਣੀ। ਜੇ ਤੈਨੂੰ ਇਸ ਬੱਚੇ ਦੀ ਉਮਰ ਵਧਾਉਣ ਦੀ ਲੋੜ ਪਵੇ ਤਾਂ ਸਾਡੀ ਉਮਰ ਵਿੱਚੋਂ ਲੈ ਕੇ ਇਹਦੀ ਉਮਰ ਵਧਾ ਦੇ। ਇਸ ਗੱਲ ਤੇ ਸਾਰੀ ਸੰਗਤ ਖਿੜ ਖੜਾ ਕੇ ਹੱਸ ਪਈ। ਗਮਗੀਨ ਮਾਹੌਲ ਖੁਸ਼ੀ ਵਿੱਚ ਬਦਲ ਗਿਆ। ਪਟਿਆਲੇ ਦੇ ਇੱਕ ਪਿੰਡ ਵਿੱਚ ਇਹ ਘਟਨਾ ਵਾਪਰੀ ਸੀ ਜੋ ਮੈਨੂੰ ਅੱਜ ਤੱਕ ਉਵੇਂ ਹੀ ਯਾਦ ਹੈ। ਇੱਕ ਹੋਰ ਘਟਨਾ ਵਿੱਚ ਜਦੋਂ ਵਿਆਹ ਦਾ ਸੌਦਾ ਸੂਤ ਲਿਆਂਦਾ ਤਾਂ ਮਹਾਰਾਜ ਲਈ ਰੁਮਾਲਾ ਵੀ ਲਿਆਂਦਾ ਗਿਆ। ਕੁੜੀ ਦੀ ਭੂਆ ਨੇ ਆਪਣੇ ਵੱਲੋਂ ਸਿਆਣਪ ਕੀਤੀ ਕਿ ਰੇਸ਼ਮੀ ਤਿੱਲੇ ਦੇ ਰੁਮਾਲੇ ਨੂੰ ਕਿਤੇ ਜੂਠੇ, ਥਿੰਦੇ ਜਾਂ ਮਿੱਠੇ ਵਾਲੇ ਹੱਥ ਨਾ ਲੱਗ ਜਾਣ, ਇਸ ਲਈ ਰੁਮਾਲਾ ਚੁੱਕ ਕੇ ਪਰਛੱਤੀ ਤੇ ਰੱਖ ਦਿੱਤਾ। ਜਦੋਂ ਭੋਗ ਪਿਆ ਤਾਂ ਮਹਾਰਾਜ ਤੇ ਦੇਣ ਲਈ ਰੁਮਾਲਾ ਲਿਆ ਕੇ ਖੋਲਿਆ ਗਿਆ ਤਾਂ ਲੋੜਾ ਵੱਜਾ ਪਿਆ ਸੀ। ਚੂਹੇ ਨੇ ਟੁੱਕ ਕੇ 4 ਵੱਡੇ ਵੱਡੇ ਮੋਰੇ ਕਰ ਦਿੱਤੇ ਸਨ। ਰੁਮਾਲਾ ਉੱਕਾ ਹੀ ਬੇਕਾਰ ਹੋ ਗਿਆ ਸੀ। ਇਹ ਇੱਕ ਸਹਿਬਨ ਹਾਦਸਾ ਸੀ ਜੋ ਕਿਤੇ ਵੀ ਵਾਪਰ ਸਕਦਾ ਹੈ, ਪਰ ਅਨਪੜ੍ਹ ਭਾਈ ਲਾਲ ਲਾਲ ਡੇਲੇ ਕੱਢੇ। ਕੁੜੀ ਦੀ ਭੂਆ ਹੀ ਕੁੜੀ ਦੇ ਮਗਰ ਬੈਠੀ ਸੀ। ਵਿਚਾਰੀ ਆਪਣੇ ਆਪ ਨੂੰ ਹੀ ਕੋਸੀ ਜਾਵੇ, ਜੇ ਮੈਨੂੰ ਅੱਗ ਲੱਗਣੀ ਨੂੰ ਪਤਾ ਹੁੰਦਾ ਭਈ ਚੂਹੇ ਨੇ ਟੁੱਕ ਜਾਣਾ ਹੈ ਤਾਂ ਮੈਂ ਪੇਟੀ ਵਿੱਚ ਰੱਖ ਦਿੰਦੀ। ਬਰਾਤੀਆਂ ਵਿੱਚੋਂ ਇੱਕ ਸਿਆਣਾ ਬੰਦਾ ਉੱਠਿਆ। ਉਸਨੇ ਕਿਹਾ, ਭਾਈ ਜੀ, ਕਿਉਂ ਨਿੱਕੀ ਜੀ ਬਾਤ ਦਾ ਬਤੰਗੜ ਬਣਾਈ ਜਾਂਦੇ ਹੋ? ਤੂੰ ਇਹਨਾਂ ਪਿੰਡ ਵਾਲਿਆਂ ਦਾ ਭਾਈ ਹੈ, ਅਸੀਂ ਤੈਨੂੰ ਕੁਝ ਨਹੀਂ ਕਹਿ ਸਕਦੇ। ਜੇ ਤੂੰ ਸਾਡੇ ਪਿੰਡ ਹੁੰਨੋ ਤੈਨੂੰ ਹੁਣੇ ਚਲਦਾ ਕਰ ਦਿੰਦੇ। ਜੇ ਇਹ ਰੁਮਾਲਾ ਟੁੱਕਿਆ ਨਾ ਗਿਆ ਹੁੰਦਾ ਤਾਂ ਮਹਾਰਾਜ ਦੇ ਕੇ ਤੂੰ ਸ਼ਬਦ ਪੜ੍ਹਨਾ ਸੀ, ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ, ਢੱਕਣ ਕੂ ਪਤ ਮੇਰੀ। ਤੂੰ ਚੰਗੀ ਪਤ ਟੱਕੀ ਆ ਬਈ ਇਹਨਾਂ ਦੀ। ਚੂਹੇ ਨੂੰ ਪਤਾ ਸੀ ਕਿ ਇਹਨਾਂ ਨੇ ਉਹਨੂੰ ਸਿਖਾਲਿਆ ਸੀ ਭਈ ਰੁਮਾਲਾ ਟੁੱਕ ਦੇ। ਫਿਰ ਉਸ ਨੇ ਤਰੀਕਾ ਦੱਸਿਆ, ਪਹਿਲਾ ਰੁਮਾਲਾ ਹੀ ਰਹਿਣ ਦੇ ਤੇ ਘਰ ਵਾਲਿਆਂ ਕੋਲੋਂ ਨਵੇਂ ਰੁਮਾਲੇ ਦੇ ਪੈਸੇ ਲੈ ਲੈ। ਤੂੰ ਵੀ ਤੇ ਜਾ ਕੇ ਨਿਆਣਿਆਂ ਦੀਆਂ ਫਰਾਕਾਂ ਹੀ ਬਣਾਉਣੀਆਂ ਸੀ। ਸਾਰੀ ਸੰਗਤ ਹੱਸ ਪਈ। ਲੋਕਾਂ ਨੂੰ ਪਤਾ ਸੀ ਭਈ ਭਾਈ ਰੁਮਾਲਿਆਂ ਦੀਆਂ ਫਰਾਕਾਂ ਤੇ ਸੀ ਕੇ ਰਜਾਈਆਂ ਤਲਾਈਆਂ ਦੇ ਅਮਰੇ ਬਣਾ ਲੈਂਦਾ ਹੈ। ਕਿਤਾਬ ਤੇ ਸਿੱਖ ਵੀ ਨਿਕਲਿਆ ਗਿਆ। ਭਾਗ 8ਵਾਂ। ਲੇਖਕ ਕੁਲਬੀਰ ਸਿੰਘ ਕੌੜਾ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ।
पूरी किताब सुनने वास्ते YouTube चैनल गुरजंट सिंह ग्रुप वाली सबसक्राइब करो। वाहिगुरू जी का खालसा, वाहिगुरू जी की फतेह।